ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਗ ਔਰ ਨ ਯਹੇ ਮਹਾਤਮ ਮੈਂ, ਅਵਤਾਰਿਓ ਜਾਗਰ ਆਨ ਕੀਓ। ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨਿ ਅੰਮ੍ਰਿਤ ਨਾਮ ਪੀਓ। ਏ ਪਦ ਤਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨ ਜਾਣਬਿਓ। ਪਰਤਛ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲੋ ਨੀ ਪਾਗਲ ਲਾਰਿ ਉਦੈ, ਤਬ ਲੋ ਭਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋਇ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ। ਸ਼ਹੀਦਾਂ ਦੇ ਸਿਰਤਾਜ, ਦੋ ਜਹਾਨ ਕੇ ਵਾਲੀ, ਛਤਰ ਚਵਰ ਤਖਤ ਦੇ ਮਾਲਕ, ਸੰਸਾਰ ਨੂੰ ਸੁਖ ਸ਼ਾਂਤੀ ਠੰਡਕ ਪਹੁੰਚਾਉਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਲੈ ਕਰਕੇ ਆਲ ਵਰਲਡ ਦੇ ਵਿੱਚ ਹੀ ਸਾਰੇ ਅਸਥਾਨਾਂ 'ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੀ ਯਾਦ ਵਿੱਚ ਅੰਮ੍ਰਿਤ ਵੇਲੇ ਪਰਸੋਂ ਰੋਜ਼ ਤੋਂ ਲੈ ਕਰਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ। ਉਪਰੰਤ ਛਬੀਲਾਂ ਲੱਗੀਆਂ ਔਰ ਦਾਸ ਨੂੰ ਵੀ ਹੁਕਮ ਹੋਇਆ ਕਿ ਅੱਜ ਸ਼ਾਮ ਦੀ ਕਥਾ ਵਿੱਚ ਪਾਤਸ਼ਾਹ ਜੀ ਦੀ ਯਾਦ ਵਿੱਚ ਹੀ ਇਤਿਹਾਸ ਸੁਣਾਇਆ ਜਾਵੇ। ਸੋ ਆਓ, ਆਪ ਜੀ ਨੇ ਭੱਟਾਂ ਦੇ ਸਵਈਆਂ ਵਿੱਚੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਸ਼ਬਦ ਸਰਵਣ ਕੀਤਾ। ਜਗ ਔਰ ਨ ਯਾਹੈ ਮਹਾਤਮ ਮੈਂ। ਕਈ ਵਾਰੀ ਇਹਨੂੰ ਮਹਾਤਮ ਪੜ੍ਹ ਲੈਂਦੇ ਆਪਾਂ, ਮਹਾਤਮ ਨਹੀਂ ਮਹਾਤਮ। ਮਹਾਤਮ ਵੱਡਾ ਅਗਿਆਨਤਾ ਦਾ ਹਨੇਰਾ। ਜੋ ਦੁਨੀਆ ਵਿੱਚ ਅਗਿਆਨਤਾ ਦਾ ਹਨੇਰਾ ਫੈਲਿਆ ਹੋਇਆ ਸੀ, ਤਮ ਹੁੰਦਾ ਹਨੇਰਾ। ਜੋ ਸੰਸਾਰ ਵਿੱਚ ਅਗਿਆਨਤਾ ਫੈਲੀ ਹੋਈ ਸੀ, ਉਸ ਨੂੰ ਦੂਰ ਕਰਨ ਵਾਸਤੇ ਗੁਰੂਆਂ ਨੇ ਸੰਸਾਰ ਦੇ ਵਿੱਚ ਅਵਤਾਰ ਧਾਰ ਕੇ ਵੱਡਾ ਯੋਗਦਾਨ ਪਾਇਆ। ਔਰ ਪੰਜਵੇਂ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸੰਪੂਰਨ ਗੁਰਬਾਣੀ ਨੂੰ ਇਕੱਤਰ ਕਰਕੇ ਸਾਡੇ ਲਈ ਆਉਣ ਵਾਲੇ ਸਮੇਂ ਵਾਸਤੇ ਮਾਰਗਦਰਸ਼ਨ ਕੀਤਾ, ਸਾਨੂੰ ਮਹਾਤਮ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣ ਦੇ ਲਈ ਗੁਰਬਾਣੀ ਦੀ ਰਚਨਾ ਕੀਤੀ। ਤਾਂ ਆਓ ਆਪਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਆਰੰਭ ਕਰਦੇ ਹਾਂ। ਜਿਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਨੰਦ ਵਰਤਾ ਰਹੇ ਹਨ ਔਰ ਉਹਨਾਂ ਦਾ ਸਮਕਾਲੀ ਰਾਜਾ ਹੈ ਜਹਾਂਗੀਰ, ਸਿਆਸਤ ਵਿੱਚ, ਰਾਜਨੀਤੀ ਵਿੱਚ। ਔਰ ਜਹਾਂਗੀਰ ਦਾ ਇੱਕ ਵਜ਼ੀਰ ਹੈ ਚੰਦੂ, ਅਤੇ ਇਹ ਚੰਦੂ ਜਿਹੜਾ ਹੈ ਗੁਰੂ ਪਿਆਰਿਓ, ਇਸ ਦੇ ਘਰ ਇੱਕ ਪੁੱਤਰੀ ਪੈਦਾ ਹੋਈ ਹੈ। ਅਤੇ ਇੱਧਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਸਪੁੱਤਰ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ।
ਔਰ ਦੱਸਦੇ ਹੈ ਕਿ ਚੰਦੂ ਨੂੰ ਕਿਸੇ ਸਿਆਣੇ ਨੇ ਵੀ ਦੱਸਤਾ ਸੀਗਾ ਕਿ ਇਹ ਲੜਕੀ ਤੇਰੀ ਮੌਤ ਦਾ ਕਾਰਨ ਬਣੇਗੀ, ਪਰ ਹੋਣੀ ਨੂੰ ਕੋਈ ਬਦਲ ਨਹੀਂ ਸਕਦਾ। ਜਿਸ ਤਰ੍ਹਾਂ ਪਾਂਡਵਾਂ ਦੇ ਜੀਵਨ ਦੀ ਕਥਾ ਸੁਣਾਈ ਗਈ ਰਾਜੇ ਨੂੰ, ਔਰ ਉਹ ਕਹਿਣ ਲੱਗਿਆ ਜੇ ਬੰਦਾ ਚਾਹੇ ਤਾਂ ਇਹ ਬਦਲ ਵੀ ਸਕਦਾ, ਪਰ ਉਹ ਮਹਾਂਪੁਰਸ਼ ਨੇ, ਉਸਦੇ ਗੁਰੂ ਨੇ ਕਿਹਾ, ਰਿਸ਼ੀ ਨੇ ਕਿਹਾ ਵੀ ਨਹੀਂ, ਹੋਣੀ ਨੂੰ ਕੋਈ ਬਦਲ ਨਹੀਂ ਸਕਦਾ। ਹਾਂ, ਗੁਰੂ ਬਦਲ ਸਕਦਾ ਹੈ। ਗੁਰੂ ਕਿਰਪਾ ਕਰੇ, ਕੋਈ ਗੁਰੂ ਵਾਲਾ ਬਣ ਜਾਵੇ, ਬਾਣੀ ਪੜ੍ਹੇ, ਨਾਮ ਜਪੇ ਤੇ ਬਦਲਿਆ ਜਾ ਸਕਦਾ, ਵਰਨਾ ਬੜਾ ਮੁਸ਼ਕਲ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇੱਧਰ ਚੰਦੂ ਦੀ ਮਾਨੋ ਹੋਣੀ ਬਣ ਕੇ ਉਹਦੇ ਘਰ ਉਹਦੀ ਧੀ ਪੈਦਾ ਹੋਈ। ਸਮਾਂ ਆਇਆ, ਵਿਆਹੁਣਯੋਗ ਹੋਈ ਤੇ ਉਸਨੇ ਆਪਣੇ ਕੁਝ ਲਾਗੀਆਂ ਨੂੰ, ਕੁਝ ਨੌਕਰਾਂ ਨੂੰ, ਵੈਸੇ ਲਾਗੀ ਕਹਿੰਦੇ ਸੀ ਉਦੋਂ, ਲਾਗੀਆਂ ਵਿੱਚ ਬ੍ਰਾਹਮਣ ਹੀ ਹੁੰਦੇ ਸਨ। ਬ੍ਰਾਹਮਣ ਹਰ ਉਹ ਕੰਮ ਕਰ ਲੈਂਦਾ ਜਿਹਦੇ ਵਿੱਚੋਂ 4 ਪੈਸੇ ਆਉਂਦੇ। ਹੁਣ ਲਾਗੀਆਂ ਦਾ ਕੰਮ ਵੀ ਕਰ ਲੈਂਦਾ ਸੀ, ਕਿਉਂਕਿ ਲਾਗੀ ਜਦ ਬਣ ਕੇ ਜਾਂਦਾ ਹੈ ਤੇ ਫਿਰ ਦੋਨੇ ਪਾਸਿਆਂ ਤੋਂ ਕੁਛ ਨਾ ਕੁਛ ਮਿਲਦਾ ਹੀ ਆ। ਇਸ ਨੇ ਲਾਗੀ ਭੇਜੇ, ਕੁਝ ਬ੍ਰਾਹਮਣ ਭੇਜੇ ਲਾਗੀ, ਮੈਂ ਮੇਰੀ ਲੜਕੀ ਦੇ ਵਾਸਤੇ ਲੜਕਾ ਦੇਖ ਕੇ ਆਓ ਜਿਹੜਾ ਹਰ ਪੱਖ ਤੋਂ ਸੰਪੂਰਨ ਹੋਵੇ, ਸੁੰਦਰ ਵੀ ਹੋਵੇ, ਸੋਹਣਾ ਵੀ ਹੋਵੇ, ਤਾਕਤਵਰ ਵੀ ਹੋਵੇ, ਪਰਿਵਾਰ ਵੀ ਜਿਹੜਾ ਰਈਸ ਹੋਵੇ ਪੂਰਾ, ਔਰ ਦੁਨੀਆ ਵੀ ਉਹਨਾਂ ਨੂੰ ਨਮਸਕਾਰਾਂ ਕਰਦੀ ਹੋਵੇ, ਚੰਗਾ ਘਰ ਹੋਵੇ। ਤੇ ਲਾਗੀ ਜਿਹੜੇ ਸਨ ਉਸ ਚੰਦੂ ਦੀ ਇਹ ਖਬਰ ਲੈ ਕਰਕੇ ਨਗਰ ਵਿੱਚ, ਸ਼ਹਿਰਾਂ ਵਿੱਚ ਘੁੰਮਣ ਲੱਗੇ। ਐਸਾ ਲੜਕਾ ਲੱਭਦਿਆਂ ਸਾਰਾ ਮਨੁੱਖ ਜਿਹੜੇ ਹੈ ਪੂਰੇ ਨਹੀਂ ਹੁੰਦੇ, ਇਸ ਕਰਕੇ ਉਹਨਾਂ ਨੂੰ ਚੰਦੂ ਦੀਆਂ ਸਾਰੀਆਂ ਗੱਲਾਂ ਕਿਤੇ ਵੀ ਪੂਰੀਆਂ ਪ੍ਰਾਪਤ ਨਾ ਹੋਈਆਂ। ਤੇ ਲੱਭਦੇ ਗੁਰੂ ਪਿਆਰਿਓ ਉਹ ਲਾਹੌਰ ਪਹੁੰਚੇ ਹੈ। ਲਾਹੌਰ ਗੱਲਬਾਤ ਕੀਤੀ ਆ ਵੀ ਇਸ ਤਰ੍ਹਾਂ ਇੱਕ ਮੁਨੀਮ ਹੈ ਚੰਦੂ ਜਹਾਂਗੀਰ ਦਾ ਵੱਡਾ, ਤੇ ਉਸ ਦੀ ਲੜਕੀ ਵਿਆਹੁਣੀ ਹੈ, ਕੋਈ ਲੜਕੇ ਦਾ ਦੱਸ ਪਾਓ। ਤੇ ਉੱਥੋਂ ਕਿਸੇ ਨੇ ਦੱਸ ਪਾ ਦਿੱਤੀ ਵੀ ਜਿਹੜੀਆਂ ਗੱਲਾਂ ਤੁਸੀਂ ਭਾਲਦੇ ਹੋ ਨਾ, ਇਹ ਕੇਵਲ ਤੇ ਕੇਵਲ ਗੁਰੂ ਘਰ 'ਚੋਂ ਮਿਲ ਸਕਦੀਆਂ ਤੁਹਾਨੂੰ। ਜਿਵੇਂ ਪਾਤਸ਼ਾਹ ਨੇ ਕਿਹਾ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਇਸ ਵਿਸ਼ੇ 'ਤੇ ਬਹੁਤ ਸਾਰੀਆਂ ਸਾਖੀਆਂ ਪਈਆਂ ਨੇ ਕਿ ਜਿਹੜੀ ਚੀਜ਼ ਹੋਰ ਕਿਤੋਂ ਵੀ ਨਹੀਂ ਮਿਲੀ, ਉਸ ਨੂੰ ਗੁਰੂ ਘਰ 'ਚੋਂ ਪ੍ਰਾਪਤ ਹੋਈ। ਖੈਰ, ਪੁੱਛਣ ਲੱਗੇ ਵੀ ਗੁਰੂ ਘਰ 'ਚੋਂ ਕਿਵੇਂ? ਕਹਿੰਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਜੋ ਗੁਰੂ ਨਾਨਕ ਦੀ ਗੱਦੀ ਦੇ 5ਵੇਂ ਵਾਰਿਸ ਸਨ, ਉਹਨਾਂ ਦਾ ਸਪੁੱਤਰ ਹੈ ਹਰਗੋਬਿੰਦ ਸਾਹਿਬ, ਜੋ ਵਾਕਿਆ ਹੀ ਤੁਹਾਡੀ ਲੜਕੀ ਦੇ ਹਾਣ ਪ੍ਰਵਾਨ ਹੈ, ਸੁੰਦਰ ਹੈ, ਯੋਧਾ ਹੈ, ਸੁਨੱਖਾ ਹੈ, ਵੱਡਾ ਘਰ ਹੈ। ਬਈ ਗੁਰੂ ਤੋਂ ਵੱਡਾ ਕਿਹੜਾ ਹੋ ਸਕਦਾ? ਦੱਸਣ ਵਾਲੇ ਕਹਿੰਦੇ ਵੱਡਾ ਘਰ ਹੈ, ਔਰ ਸਾਰੀ ਦੁਨੀਆ ਇਸ ਦਰ ਨੂੰ ਮੱਥਾ ਟੇਕਦੀ ਆ। ਤੇ ਉਹ ਇਹ ਗੱਲਾਂ ਸੁਣ ਕੇ ਬੜੇ ਖੁਸ਼ ਹੋਏ ਵੀ ਸ਼ੁਕਰ ਹੈ ਇਹ ਇੱਛਾ ਚੰਦੂ ਦੀ ਪੂਰੀ ਹੋ ਗਈ। ਪਰ ਫਿਰ ਬਾਣੀ ਕਹਿੰਦੀ ਹੈ, ਬਿਨ ਭਾਗਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਇਹ ਵੱਡੇ ਭਾਗਾਂ ਦੀ ਗੱਲ ਵੀ ਹੈ। ਤੇ ਉਹ ਲਾਗੀ ਜਿਹੜੇ ਸਨ, ਚਲਦੇ ਗੁਰੂ ਪਿਆਰਿਓ ਪਹੁੰਚ ਗਏ ਸ੍ਰੀ ਅੰਮ੍ਰਿਤਸਰ ਸਾਹਿਬ। ਦੀਵਾਨ ਸਜਿਆ, ਸਜੇ ਦੀਵਾਨ ਦੇ ਵਿੱਚ ਪ੍ਰੀਤਮ ਸੰਗਤਾਂ ਨੂੰ ਵਿਚਾਰਾਂ ਸੁਣਾ ਰਹੇ ਨੇ। ਤੇ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਸਪੁੱਤਰ ਹਰਗੋਬਿੰਦ ਸਾਹਿਬ ਵੀ ਕੁਦਰਤੀ ਆ ਕੇ ਬੈਠ ਗਏ। ਔਰ ਲਾਗੀਆਂ ਨੇ ਪੁੱਛਿਆ ਵੀ ਇਹ ਬੱਚਾ ਕੌਣ ਹੈ, ਕੋਲ ਆ ਕੇ ਬੈਠਾ। ਕਹਿਣ ਲੱਗੇ ਇਹਨਾਂ ਦੇ ਸਪੁੱਤਰ ਹੈ ਹਰਗੋਬਿੰਦ ਸਾਹਿਬ। ਤਾਂ ਉਹਨਾਂ ਨੇ ਪਹਿਲੀ ਨਜ਼ਰੇ ਹੀ ਪ੍ਰਵਾਨ ਕਰ ਲਿਆ ਵੀ ਇਦੋਂ ਸੁੰਦਰ ਬੱਚਾ ਕਿਤੇ ਨਹੀਂ ਮਿਲ ਸਕਦਾ। ਕਹੋ ਸਤਨਾਮ ਸੀ। ਇਹ ਘਰ ਸਭ ਤੋਂ ਵੱਡਾ ਹੈ, ਇਸ ਘਰ ਨੂੰ ਸਾਰੀ ਦੁਨੀਆ ਝੁਕਦੀ ਹੈ। ਮਾਇਆ ਦਾ ਕੋਈ ਇੱਥੇ ਤੋੜਾ ਨਹੀਂ ਹੈ।
और बच्चा जिहड़ा बड़ा सुनखा है, सुंदर है। जरूर चंदू नूं इह जिहड़ा है वर फिट आवेगा तो आपां इहनां नाल गल पक्की कर दिओ, क्योंकि लागी जां ब्राह्मण जो भी जाते सन वो भी जजमेंट पूरी करते सन पहलां आपदे वल्लों। तो उन्होंने ने फिर किसी सिख दे राहीं पातशाह कोल बेनती भेजी तो पातशाह जी ने उन्होंने लागियां नूं अगे बुला लिया। हाँ बई दसो जी, असी तुहाडे पुत्र नूं जहांगीर दे मुनीम दी लड़की दा रिश्ता करना चाहुंदे हाँ। धन गुरु अर्जन देव महाराज भविखत नूं जाणदे होए कहण लगे, जिवें परमेश्वर नूं भावे भाई, जिवें तुहानूं ठीक लगदा देख लो। कहण लगे जी साडी गल पक्की है, असी जाके मुनीम नूं दसदे हाँ, चंदू नूं दसदे हाँ, ते जल्दी ही 5-7 दिनां च हफ्ते च असी दिल्ली तो जो शगन पाउण दा समान हुंदा है वो लैके पहुँचते हाँ। पातशाह कहण लगे ठीक आ, दसां ही गुरुआं दे जीवन विच झात मारीए ते किते भी बच्चे दी रिश्ता करन वेले जां साक करन वेले लड़की जां लड़के दा पातशाह जी ने कोई बहुती खोज पड़ताल करन दी सलाह नहीं कीती। जे गुरु हरगोबिंद साहब महाराज जी ने अपनी पुत्री बीबी बीरो दी शादी कीती आ तो वो भी कहते एक दिन उन्हां दे कोल एक प्यो पुत भाई साधा ते उहदा पुत्र आए ना, बड़े गरीबड़े जे सिंपल जे कपड़े पाए हुए मत्था टेके आ सामने बैठ गए। पातशाह की निगाह पई, कहन लगे भी ये बच्चा तेरा? कहने हाँ जी। अच्छा चल ठीक है, अपनी लड़की का साह किहनूं करांगे? कहो सतनाम। ना महाराज मैं तुहाडे बराबर नहीं पहुँच सकदा, मैं तो चरना च ठीक हाँ। कहने भी लड़की तो विआहणी है असी, ते लड़का कोई तो चाहिए, सानू ये वधिया लगे है, साधु बंदा लगता सानू, क्योंकि सतगुर तो अंदर दियाँ जानते आ। तो गुरु प्यारिओ भावें वो गुरसिख ने एक दो बारी कहा नहीं महाराज कोई वड्डा घर देख लो, कहने नहीं इदों वड्डा कोई नहीं है। कहो सतनाम। वड्डे तो बनाने वाले ये है, नीचों ऊँच करै मेरा गोबिंद, काहू ते ना डरे। तो उस बीबी बीरो दे नाल, उस लड़के दे नाल बीबी बीरो की शादी कर दी गई, जिस दे अगे जाके 5 पुत्र होए, जिन्हां योधियां ने 10वें पातशाह जी दे नाल फिर जंगां दे विच हिस्सा पाया। खैर ये लागी गल पक्की करके चले गए वापस। लाहौर दे विच इहदी रिहाइश सीगी, दिल्ली दे विच मुनीमी करदा सी, जहांगीर दे कोल ड्यूटी करदा सी। वजीरां चों वड्डा वजीर हुंदा इह। ते ये वजीर गुरु प्यारिओ जदों अपने घर बैठा तो जाके लागियां ने कई दिनों बाद दसिया कि जिहो जिहा तुसीं चाहुंदे सी असीं उहो जिहा घर लभ के आए हाँ। कहने अच्छा मिल गया? कहने मिल गया, बस नहीं तुहाडे भागां दे विच सीगा, मिल गया, पर मनुख नूं की पता अगले भागां दा की आ। कहने भी कित्थे है बच्चा? वो कहने जी वो है अमृतसर साहब, लाहौर दे इलाके च। अमृतसर साहब कौन है? कहने जी वो गुरु अर्जन देव जी के सपुत्र है हरगोबिंद साहब। उस घर दे विच तां लक्ष्मी दा कोई अंत ही नहीं, माया दा भी अंत माया, और सारी दुनिया उस दर ते झुकदी है, मत्थे टेकदी है। फिर बच्चा भी जिहड़ा है सारे गुणां नाल संपन्न है, सुंदर है, कद काठ पक्षों हर पक्ष तो इहो जिहा बच्चा दूजा नहीं मिल सकता। वाकई ही सतगुर वर्गा होर कौन हो सकता है? पर माड़े भागां दी निशानी गल कहंदी है, तू मैनू जबान चों कढ, मैं तैनूं पिंड चों कढां। कहो सतनाम श्री। कहन लगे जा यार तुसीं गल करे आए? कहंदे असीं गल तां करे आए, चंगा नहीं कीता, तुसीं तां मंग खाणिਆਂ दे घरे कुड़ी विआह आए यार, तुसीं तां मेरी चवारे दी इट मोरी चला आए। मोरी कहंदे जिथों घर दा पानी निकलदा। कहो सतनाम श्री। हुण गुरु प्यारिओ गल कहंदे खूह विच कर लो, गुझी नहीं रहिंदी।
ਤੇ ਗੱਲ ਕਿਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਨਿਕਲ ਗਈ ਆ ਬਈ ਚੰਦੂ ਦੇ ਲਾਗ ਹੀ ਗਏ ਸੀ ਲੜਕੀ ਵਾਸਤੇ ਰਿਸ਼ਤਾ ਵੇਖਣ, ਤੇ ਉਹ ਹਰਗੋਬਿੰਦ ਸਾਹਿਬ ਦੇ ਪ੍ਰਥਾਏ ਗੱਲ ਪੱਕੀ ਕਰਕੇ ਆਏ ਨਾ। ਪਰ ਜਦੋਂ ਹੀ ਆ ਕੇ ਚੰਦੂ ਨੂੰ ਦੱਸਿਆ ਤੇ ਉਸ ਨੇ ਅੱਗੋਂ ਉਸ ਨੂੰ ਟਿਚ ਕਰਕੇ ਜਾਣਿਆ ਗੁਰੂ ਘਰ ਨੂੰ ਉਸ ਨੇ ਆਪਣੇ ਤੋਂ ਛੋਟਾ ਦੱਸਿਆ, ਆਪਣੇ ਆਪ ਨੂੰ ਚੁਬਾਰਾ ਦੱਸਦਾ ਔਰ ਗੁਰੂ ਘਰ ਨੂੰ ਮੋਰੀ ਦੱਸਦਾ। ਤੇ ਪਹਿਲਾਂ ਵੀ ਲੋਕ ਵਜ਼ੀਰਾਂ ਨੂੰ ਜਾਣਦੇ ਹੁੰਦੇ ਇਹ ਬੰਦਾ ਹੰਕਾਰੀ ਹੈ, ਉਹਦੇ ਨਾਲ ਵੀ ਹਿੱਸਾ ਪੱਤੀ ਕਰ ਲਈ, ਉਹਦੇ ਨਾਲ ਵੀ ਕਰ ਲਈ, ਉਹਦੇ ਨਾਲ ਵੀ ਕਰ ਲਈ, 5-5 20-20 ਪੈਸੇ 50-50 ਰੁਪਈਆਂ ਦੇ ਉੱਤੇ ਬੰਦਾ ਕਿਉਂਕਿ ਉਦੋਂ ਪੈਸਿਆਂ 'ਚ ਹੀ ਕੰਮ ਚੱਲਦਾ ਸੀਗਾ। ਹੰਕਾਰੀ ਵੀ ਹੈ, ਲਾਲਚੀ ਵੀ ਹੈ, ਸੰਗਤ ਜਾਣਦੀ ਸੀ। ਤੇ ਉਹਨਾਂ ਨੇ ਉਸੇ ਵੇਲੇ ਆਪਣੀ ਇੱਕ ਮੀਟਿੰਗ ਕੀਤੀ ਲਾਹੌਰ, ਆਪਣਾ ਦਿੱਲੀ ਦੀ ਸੰਗਤ ਨੇ ਬਈ ਗੁਰੂ ਸਾਹਿਬ ਨੂੰ ਸੁਨੇਹਾ ਭੇਜੀਏ ਵੀ ਇਹ ਬੰਦਾ ਠੀਕ ਨਹੀਂ ਆਪਣੇ ਵਾਸਤੇ, ਸਾਹਿਬਜ਼ਾਦੇ ਨੂੰ ਸ਼ਾਦੀਆਂ ਦਾ ਕੋਈ ਤੋੜਾ ਨਹੀਂ ਹੈ, ਪਰ ਇਹ ਬੰਦਾ ਅੱਗੇ ਜਾ ਕੇ ਖਰਾਬ ਕਰ ਸਕਦਾ ਕਿਉਂਕਿ ਫਿਰ ਅਗਲਾ ਕਹਿੰਦਾ ਮੇਰੀ ਚੱਲੇ, ਇਹ ਆਪਦੀ ਚਲਾਊਗਾ ਮੁੜ ਕੇ। ਸੰਗਤਾਂ ਨੇ ਉਸੇ ਵੇਲੇ ਚਿੱਠੀ ਲਿਖੀ, ਸਤਿਗੁਰਾਂ ਨੂੰ ਨਮਸਕਾਰ ਲਿਖਦਿਆਂ ਹੋਇਆਂ, ਔਰ ਫਿਰ ਥੱਲੇ ਲਿਖਦੇ ਹਨ ਮਹਾਰਾਜ ਜੋ ਚੰਦੂ ਦੇ ਲਾਗੀ ਆਪ ਜੀ ਦੇ ਸਾਹਿਬਜ਼ਾਦੇ ਨੂੰ ਦੇਖ ਕੇ ਗਏ ਨਿਸ਼ਾਦੀ ਕਰਨ ਵਾਸਤੇ, ਤੇ ਵੈਸੇ ਤਾਂ ਬੰਦਾ ਪਹਿਲਾਂ ਹੀ ਚੰਗਾ ਨਹੀਂ, ਪਰ ਜਿਸ ਦਿਨ ਜਾ ਕੇ ਉਹਨਾਂ ਨੇ ਦੱਸਿਆ ਤੇ ਇਹਨਾਂ ਨੇ ਅੱਗੋਂ ਚੰਦੂ ਨੇ ਜਵਾਬ ਕੀ ਦਿੱਤਾ ਵੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ, ਚੰਗਾ ਨਹੀਂ ਕੀਤਾ, ਤੇ ਪਾਤਸ਼ਾਹ ਸਾਡੀ ਸੰਗਤ ਦੀ ਬੇਨਤੀ ਆ ਵੀ ਇਹਨਾਂ ਦਾ ਸਾਕ ਨਾ ਲਿਓ। ਇਹ ਚਿੱਠੀ ਲਿਖ ਦਿੱਤੀ ਆ, ਪਰ ਚਿੱਠੀ ਇੱਕਦਮ ਨਹੀਂ ਭੇਜੀ। ਕੁਝ ਸਿੱਖਾਂ ਦੀ ਡਿਊਟੀ ਲਾਈ ਵੀ ਲਾਹੌਰ ਤੋਂ ਆਪਣਾ ਦਿੱਲੀ ਤੋਂ ਜਾਓ ਅੰਮ੍ਰਿਤਸਰ, ਔਰ ਚਿੱਠੀ ਇੱਕਦਮ ਨਹੀਂ ਜਾ ਕੇ ਫੜਾ ਦੇਣੀ। ਇਹ ਚਿੱਠੀ ਉਦੋਂ ਦੇਣੀ ਜਦੋਂ ਸਾਰੀ ਰਚਨਾ ਸਗਨ ਪੈਣ ਦੀ ਤਿਆਰ ਹੋ ਜੇ ਤੇ ਲਾਗੀ ਸਗਨ ਪਾਉਣ ਲੱਗਣ, ਕਹੋ ਸਤਨਾਮ ਸ੍ਰੀ। ਤੇ ਉਹ ਚਿੱਠੀ ਲੈ ਕੇ ਸਿੱਖ ਪਹੁੰਚੇ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ। ਜਦ ਇੱਥੇ ਪਹੁੰਚੇ ਤੇ ਇੱਧਰੋਂ ਲਾਗੀ ਜਿਹੜੇ ਸੀ ਉਹ ਵੀ ਹਫ਼ਤੇ ਬਾਅਦ ਉੱਥੋਂ ਸਗਨ ਦਾ ਸਮਾਨ ਲੈ ਕੇ ਆ ਗਏ। ਚੰਦੂ ਨੇ ਕਹਿ ਤਾਂ ਦਿੱਤਾ, ਪਰ ਨਾਲ ਹੀ ਕਹਿੰਦਾ ਚੱਲ ਕਰਿਆ, ਹੁਣ ਜਿੱਥੇ ਗੱਲ ਹੋ ਗਈ ਹੋ ਗਈ। ਪੁਰਾਣੇ ਸਮਿਆਂ 'ਚ ਇੱਕ ਥਾਂ ਲੜਕੀ ਦੀ ਗੱਲ ਹੋ ਜਾਂਦੀ ਤੇ ਮੁੜ ਕੇ ਬਦਲੀ ਨਹੀਂ ਸੀ ਜਾਂਦੀ। ਇਹਦੇ ਵਿੱਚ ਅਗਲਾ ਆਪਣੀ ਹੀਨ ਭਾਵਨਾ ਸਮਝਦਾ ਸੀ ਜੇ ਲੜਕੀ ਵਾਲਾ ਮੁੱਕਰਦਾ ਸੀ। ਇਸ ਕਰਕੇ ਉਹ ਕਹਿਣ ਲੱਗਿਆ ਚੱਲ ਯਾਰ ਤੁਸੀਂ ਗੱਲ ਕਰਿਆ ਹੀ, ਹੁਣ ਜਾਓ ਕਰਿਆ। ਮਤਲਬ ਮੂੰਹ 'ਚ ਉਹਨੇ ਗੱਲ ਕੱਢ ਵੀ ਦਿੱਤੀ, ਗੁਰੂ ਘਰ ਨਾਲ ਪਿਆਰ ਵੀ ਨਹੀਂ ਰੱਖਿਆ ਅਤੇ ਇਹ ਵੀ ਕਹਿਤਾ ਕਿ ਪਾਇਆ ਉਹ, ਤੇ ਉਹ ਸਗਨ ਲੈ ਕੇ ਆ ਗਏ। ਇੱਧਰ ਬਾਜੇ ਵੱਜਣ ਲੱਗੇ, ਗੁਰੂ ਘਰ ਦੇ ਵਿੱਚ ਖੁਸ਼ੀਆਂ ਮਨਾਉਣ ਲੱਗੀਆਂ ਸੰਗਤਾਂ ਕਿ ਅੱਜ ਸਾਹਿਬਜ਼ਾਦੇ ਨੂੰ ਸਗਨ ਪੈਣਾ ਹੈ ਸ਼ਾਦੀ ਦਾ। ਔਰ ਗੁਰੂ ਪਿਆਰੇ ਸਵੇਰ ਤੋਂ ਲੈ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਤਿਆਰੀਆਂ ਸਪੈਸ਼ਲ ਕੀਤੀਆਂ ਜਾ ਰਹੀਆਂ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ। ਉਦੋਂ ਇਹ ਬਿਲਡਿੰਗਾਂ ਬਹੁਤੀਆਂ ਨਹੀਂ ਸੀ ਹੁੰਦੀਆਂ, ਬਾਹਰਲੀਆਂ ਖੁੱਲ੍ਹਾ ਹੀ ਹੁੰਦਾ ਸੀ ਪੰਡਾਲ ਦੂਰ ਤੱਕ। ਔਰ ਤਿਆਰੀ ਕੀਤੀ ਗਈ, ਪੰਡਾਲ ਲਾਏ ਗਏ, ਔਰ ਜਿਹੜੇ ਚੰਦੂ ਦੇ ਲਾਗੀ ਸਨ ਉਹ ਵੀ ਵਿੱਚ ਆ ਕੇ ਬੈਠ ਗਏ ਆਪਣਾ ਸਮਾਨ ਲੈ ਕੇ ਸ਼ਗਨ ਪਾਉਣ ਦਾ। ਸਮੇਂ ਦੇ ਨਾਲ ਸਾਹਿਬਜ਼ਾਦਾ ਜੀ ਵੀ ਤਿਆਰ ਹੋ ਕੇ ਮਾਤਾ ਜੀ ਦੇ ਕੋਲੋਂ ਗੁਰੂ ਕੇ ਮਹਿਲਾਂ 'ਚੋਂ ਸਿੱਖ ਸੰਗਤਾਂ ਦੇ ਨਾਲ ਦਰਬਾਰ ਸਾਹਿਬ 'ਚ ਆ ਗਏ। ਗੁਰੂ ਸਾਹਿਬ ਜੀ ਹਜ਼ੂਰੀ ਦੇ ਵਿੱਚ ਆ ਕੇ ਬੈਠ ਗਏ। ਸਤਿਗੁਰਾਂ ਦੇ ਵਾਸਤੇ ਇੱਕ ਸੁੰਦਰ ਚੰਦਨ ਦੀ ਚੌਂਕੀ ਦਾ ਆਸਣ ਲਾਇਆ ਗਿਆ ਸਗਨ ਪਾਉਣ ਵਾਸਤੇ। ਤੇ ਜਿਸ ਵੇਲੇ ਸਗਨ ਪਾਉਣ ਦਾ ਸਮਾਂ ਹੋਇਆ ਤੇ ਉਹ ਚੰਦਨ ਦੀ ਚੌਂਕੀ 'ਤੇ ਜਾ ਕੇ ਹਰਗੋਬਿੰਦ ਸਾਹਿਬ ਬੈਠ ਗਏ। ਜਿਸ ਵੇਲੇ ਹਰਗੋਬਿੰਦ ਸਾਹਿਬ ਬੈਠੇ ਤੇ ਲਾਗੀ ਉੱਠ ਕੇ ਖੜ੍ਹੇ ਹੋਏ ਸਗਨ ਪਾਉਣ ਵਾਸਤੇ, ਤੇ ਨਾਲ ਹੀ ਉਹ ਦਿੱਲੀ ਵਾਲੇ ਸਿੱਖ ਖੜ੍ਹੇ ਹੋ ਗਏ, ਸੰਗਤ ਖੜ੍ਹੀ ਹੋ ਗਈ। ਮਹਾਰਾਜ ਜੀ ਰੁਕਿਓ ਇੱਕ ਮਿੰਟ। ਸਾਰੀ ਸੰਗਤ ਇੱਕਦਮ ਸੁਸ਼ੋਭਿਤ ਹੋਈ ਸੀ, ਜਿਹੜੀ ਉਹ ਅਚੰਭਿਤ ਹੋਈ ਵੀ ਕੀ ਗੱਲ ਹੋ ਗਈ, ਕੀ ਗੱਲ ਸਿੱਖੋ ਰੁਕਿਆ ਕਾਹਦੇ ਵਾਸਤੇ। ਮਹਾਰਾਜ ਜੀ ਆ ਦਿੱਲੀ ਦੀ ਸੰਗਤ ਨੇ ਇੱਕ ਚਿੱਠੀ ਭੇਜੀ ਆ, ਪਹਿਲਾਂ ਇਹਨੂੰ ਪੜ੍ਹ ਲਓ। ਬਾਦਸ਼ਾਹ ਤਾਂ ਜਾਣਦੇ ਸੀ, ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੂੰ ਕਹਿੰਦੇ ਪੜ੍ਹ ਕੇ ਸੁਣਾ ਦਿਓ ਭਾਈ। ਤੋਂ ਵਿੱਚੋਂ ਇੱਕ ਸਿੱਖ ਉੱਠਿਆ, ਜੋ ਵੀ ਉੱਠਿਆ ਉਸਨੇ ਚਿੱਠੀ ਫੜੀ ਤੇ ਪੜ੍ਹ ਕੇ ਸੰਗਤ ਨੂੰ ਉੱਚੀ ਸੁਣਾਤੀ, ਕਿਉਂਕਿ ਇੱਥੇ ਪਾਰਦਰਸ਼ਤਾ ਹੈ, ਇੱਥੇ ਕੋਈ ਲੁੱਕ ਲਪੇਟ ਨਹੀਂ ਹੈ, ਕੋਈ ਪਰਦਾ ਨਹੀਂ ਹੈ, ਕੋਈ ਸਤਨਾਮ ਸੀ। ਸਿੱਖ ਨੇ ਖੜ੍ਹੇ ਹੋ ਕੇ ਚਿੱਠੀ ਪੜ੍ਹ ਕੇ ਸੁਣਾਈ। ਦਿੱਲੀ ਦੀ ਸੰਗਤ ਵੱਲੋਂ ਨਮਸਕਾਰ ਹੈ ਜੀ ਆਪ ਜੀ ਨੂੰ, ਠੀਕ ਆ, ਅੱਗੇ ਸੁਣਾਓ।
ਅੱਗੇ ਮਹਾਰਾਜ ਦਿੱਲੀ ਸੰਗਤ ਲਿਖਦੀ ਹੈ ਵੀ ਜਿਸ ਚੰਦੂ ਦੀ ਲੜਕੀ ਦਾ ਰਿਸ਼ਤਾ ਆਪ ਜੀ ਨੂੰ ਕਰਨ ਵਾਸਤੇ ਲਾਗੀ ਆਏ ਆ, ਇਹ ਚੰਦੂ ਬੰਦਾ ਠੀਕ ਨਹੀਂ ਹੈ। ਕਹੋ ਸਤਨਾਮ ਸਿੰਘ। ਸੰਗਤ ਨਹੀਂ ਇਹਨੂੰ ਪਸੰਦ ਕਰਦੀ, ਇਹ ਚੰਗਾ ਨਹੀਂ ਹੈ। ਆਪਣੀ ਮਾਇਆ ਦਾ, ਆਪਣੀ ਵਜ਼ੀਰੀ ਦਾ ਹੰਕਾਰ ਕਰਦਾ, ਅਤੇ ਇਸ ਨੇ ਉਲਟਾ ਇਹ ਵੀ ਕਹਿ ਦਿੱਤਾ ਕਿ ਤੁਸੀਂ ਮੇਰੀ ਲੜਕੀ ਚਵਾਰੇ ਦੀ ਇੱਟ ਵਰਗੀ ਤੁਸੀਂ ਮੋਰੀ ਚਲਾਤੀ, ਇਹ ਚੰਗਾ ਨਹੀਂ ਕੀਤਾ। ਅਤੇ ਗੁਰੂ ਘਰ ਨੂੰ ਇਹਨੇ ਮੋਰੀ ਦੱਸਿਆ, ਆਪ ਚਵਾਰਾ ਬਣਦਾ। ਜਦੋਂ ਸਾਰੀ ਚਿੱਠੀ ਪੜ੍ਹ ਕੇ ਸੰਗਤ ਵਿੱਚ ਸੁਣਾਈ ਅਤੇ ਸਾਰੀ ਸੰਗਤ ਵੀ ਕਹਿਣ ਲੱਗੀ ਇਹਦੇ ਮਾੜੇ ਭਾਗ ਆ। ਕਹੋ ਸਤਨਾਮ ਸਿੰਘ। ਇਹਦੇ ਮਾੜੇ ਭਾਗ ਆ, ਗੁਰੂ ਘਰ ਦੇ ਨਾਲ ਰਿਸ਼ਤਾ ਜੁੜਨ ਲੱਗਿਆ ਸੀਗਾ, ਪਰ ਇਹਨੇ ਇਹ ਚੰਗੀ ਗੱਲ ਨਹੀਂ ਕੀਤੀ। ਉਸੇ ਵੇਲੇ ਪਾਤਸ਼ਾਹ ਲਾਗੀਆਂ ਨੂੰ ਕਹਿੰਦੇ ਠਹਿਰ ਜਾਓ ਭਾਈ, ਜਾ ਕੇ ਚੰਦੂ ਨੂੰ ਕਹਿ ਦਿਓ ਕਿਸੇ ਚਵਾਰੇ ਵਾਲ ਨਾਲ ਹੀ ਮੱਥਾ ਲਾ ਲਵੇ, ਸਾਨੂੰ ਤਾਂ ਕੋਈ ਨੀਵਾਂ ਹੀ ਟੱਕਰ ਜਾਊਗਾ। ਠੀਕ ਆ। ਕਹੋ ਸਤਨਾਮ ਸਿੰਘ। ਅਸੀਂ ਇਹ ਸਗਨ ਹੁਣ ਨਹੀਂ ਲੈਣਾਗਾ। ਚੰਦੂ ਦੇ ਲਾਗੀਆਂ ਨੇ ਕਹਿੰਦੇ ਬੜਾ ਸਮਝਾਇਆ, ਮੈਂ ਕੋਈ ਨਹੀਂ ਮਹਾਰਾਜ, ਕਈ ਵਾਰੀ ਬੰਦੇ ਦਾ ਮੂਡ ਠੀਕ ਨਹੀਂ ਹੁੰਦਾ ਗਾ। ਕਹਿੰਦੇ ਮੂਡ ਠੀਕ ਨਹੀਂ ਹੁੰਦਾ, ਫਿਰ ਲੜਕੀ ਵਿਆਹੁਣ ਵੇਲੇ ਐਂ ਬੋਲੀ ਦਾ, ਜਿੱਥੇ ਨਵੀਂ ਰਿਸ਼ਤੇਦਾਰੀ ਪੈਣੀ ਹੋਵੇ, ਭਾਵ ਉੱਥੇ ਬਹੁਤ ਵਿਚਾਰਾਂ ਹੋਈਆਂ ਹੋਣਗੀਆਂ। ਔਰ ਗੁਰੂ ਪਿਆਰੋ, ਅਸਲ ਦੇ ਵਿੱਚ ਇਹ ਤਾਂ ਗੱਲ ਪਹਿਲਾਂ ਤੀਜੇ ਪਾਤਸ਼ਾਹ ਨੇ ਕਰਤੀ ਸੀ। ਜਿਸ ਵੇਲੇ ਤੀਜੇ ਪਾਤਸ਼ਾਹ ਜੀ ਦਾ ਇੱਕ ਸਿੱਖ ਹੈ ਭਾਈ ਪਾਰੋ, ਡੱਲੇ ਪਿੰਡ ਦਾ ਨਿਵਾਸੀ। ਡੱਲਾ ਅਤੇ ਮੱਲਾ ਤਿੰਨ ਪਿੰਡ ਉੱਥੇ ਇਕੱਠੇ ਆ, ਵੱਲਾ, ਡੱਲਾ ਅਤੇ ਵੱਲਾ ਇੱਕ ਪਿੰਡ ਹੋਰ ਹੈ, ਜਿਨ੍ਹਾਂ ਦੇ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਦਾ, ਅੰਮ੍ਰਿਤਸਰ ਦਾ ਇਲਾਕਾ ਵਸਿਆ। ਡੱਲੇ ਪਿੰਡ ਦਾ ਵਾਸੀ ਹੈ ਭਾਈ ਪਾਰੋ। ਭਾਈ ਪਾਰੋ ਨੂੰ ਸਤਿਗੁਰ ਪਰਮਹੰਸ ਕਹਿੰਦੇ ਸੀ, ਅਤੇ ਉਹਨੂੰ ਕਹਿੰਦੇ ਸੀ ਭਾਈ ਪਾਰੋ ਤੈਨੂੰ ਗੁਰਤਾ ਗੱਦੀ ਦਈਏ। ਨਾ ਮਹਾਰਾਜ, ਮੈਂ ਇਹਦੇ ਕਾਬਲ ਨਹੀਂ, ਮੈਂ ਇਹਨੂੰ ਕਿਵੇਂ ਸਮਝ ਸਕਦਾ, ਐਡਾ ਵੱਡਾ ਸਿਸਟਮ ਮੈਥੋਂ ਨਹੀਂ ਲੋਟ ਆਉਣਾ। ਗੁਰੂ ਅਮਰਦਾਸ ਜੀ ਕਹਿੰਦੇ ਸਾਰ ਜੇ ਮੂੰਹ 'ਚੋਂ ਕਹਿ ਦੇਵੇ ਉਹ ਪੂਰਾ ਹੁੰਦਾ ਹੈ, ਤੈਨੂੰ ਅਸੀਂ ਆਪਣੇ ਵਿੱਚ ਮਿਲਾਉਣਾ ਹੀ ਮਿਲਾਉਣਾ। ਮਹਾਰਾਜ ਜੀ ਗੱਦੀ ਤਾਂ ਮੁਸ਼ਕਲ ਆ, ਫਿਰ ਤੂੰ ਐਂ ਕਰ, ਜਾ ਆਪਦਾ ਸਰੀਰ ਛੱਡ ਕੇ ਸਾਡੇ ਵਿੱਚ ਮਿਲ ਜਾ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤੈਨੂੰ ਗੁਰੂ ਘਰ ਦੇ ਵਿੱਚ ਮਿਲਾਵਾਂਗੇ। ਕਹੋ ਸਤਨਾਮ ਸਿੰਘ। ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ ਕਹਿੰਦੇ ਜੀ ਇਹ ਠੀਕ ਆ, ਮੈਂ ਸਰੀਰ ਤਿਆਗ ਸਕਦਾ, ਪਰ ਗੁਰਤਾ ਗੱਦੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਕਹੋ ਸਤਨਾਮ ਸਿੰਘ। ਅਤੇ ਭਾਈ ਪਾਰੋ ਨੇ ਘਰੇ ਜਾ ਕੇ ਸਾਰਾ ਸਮਾਨ ਵਰਤਾ ਦਿੱਤਾ, ਵੰਡਤਾ, ਜਿਹਨੂੰ ਜੋ ਦੇਣਾ ਸੀਗਾ। ਇੱਕ ਥੈਲੀ ਮਾਇਆ ਦੀ, ਇੱਕ ਘੋੜੀ ਆਪਣੇ ਚੜ੍ਹਨ ਵਾਲੀ, ਅਤੇ ਇੱਕ ਥਾਨ ਰੇਸ਼ਮੀ ਕੱਪੜੇ ਦਾ। ਇਹ ਤਿੰਨ ਚੀਜ਼ਾਂ ਗੁਰੂ ਅਮਰਦਾਸ ਜੀ ਵੱਲ ਭੇਜਤੀਆਂ, ਸਿੱਖਾਂ ਨੂੰ ਫੜਾਤੀਆਂ। ਕਹਿੰਦੇ ਜਾਓ ਕਹਿ ਦਿਓ ਬਈ ਜਿਹੜਾ ਭਾਈ ਪਾਰੋ ਹੈ ਉਹ ਸਰੀਰ ਤਿਆਗ ਕੇ ਤੁਹਾਡੇ ਵਿੱਚ ਮਿਲ ਚੁੱਕੇ ਹੈ, ਅਤੇ ਆ ਵੀ ਸਮਾਨ ਤੁਹਾਡਾ ਹੈ। ਕਹੋ ਸਤਨਾਮ ਸਿੰਘ। ਅਤੇ ਗੁਰੂ ਅਮਰਦਾਸ ਜੀ ਨੇ ਉਹ ਚੀਜ਼ਾਂ ਸਤਿਗੁਰੂ ਰਾਮਦਾਸ ਜੀ ਨੂੰ ਦਿੱਤੀਆਂ। ਰੇਸ਼ਮੀ ਕੱਪੜਾ, ਕਹਿੰਦੇ ਪੁੱਤਰਾ ਅਸੀਂ ਤਾਂ 2 ਚੋਲਿਆਂ ਨਾਲ ਹੀ ਟਾਈਮ ਟਪਾ ਲਿਆ ਸਾਡੇ ਜੀਵਨ 'ਚ, ਤੂੰ ਰੇਸ਼ਮੀ ਕੱਪੜੇ ਸ਼ਾਹੀ ਠਾਠ ਵਿੱਚ ਰਹਿਣਾ। ਕਹੋ ਸਤਨਾਮ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤਾਂ ਇੱਥੇ ਪਾਤਸ਼ਾਹ ਭਾਵ ਸ਼ਾਹੀ ਠਾਠ ਗੁਰੂ ਘਰ ਦੇ ਵਿੱਚ ਚੌਥੇ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ। ਕਹੋ ਸਤਨਾਮ ਸਿੰਘ। ਅਤੇ ਉਸ ਤੋਂ ਬਾਅਦ ਸਮਾਂ ਆਇਆ, ਤੀਜੇ ਪਾਤਸ਼ਾਹ ਦਾ ਉਹ ਬਚਨ ਅੱਜ ਪੂਰਾ ਹੋਣ ਲੱਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਲਾਗੀਆਂ ਨੂੰ ਰੋਕਤਾ, ਬਈ ਦੇਖੋ ਸਾਨੂੰ ਕੋਈ ਗਰੀਬ ਸਿੱਖ ਹੀ ਪ੍ਰਵਾਨ ਹੈ, ਸਾਨੂੰ ਵਜ਼ੀਰ ਦੀ ਲੜਕੀ ਦਾ ਰਿਸ਼ਤਾ ਮਨਜ਼ੂਰ ਨਹੀਂ। ਜਦੋਂ ਸਾਡੀ ਸੰਗਤ ਨੂੰ ਮਨਜ਼ੂਰ ਨਹੀਂ, ਅਸੀਂ ਸੰਗਤ ਨੂੰ ਮੁੱਖ ਰੱਖਿਆ, ਜਿਵੇਂ ਸਾਡੀ ਸੰਗਤ ਚਾਹੁੰਦੀ ਹੈ ਉੱਦਾਂ ਹੀ ਹੋਵੇਗਾ। ਲਾਗੀਆਂ ਨੇ ਬੜੀਆਂ ਮਿੰਨਤਾਂ ਕੀਤੀਆਂ ਵੀ ਨਹੀਂ ਮਹਾਰਾਜ ਕੋਈ ਨਹੀਂ, ਮਾੜਾ ਮੋਟਾ ਹੋ ਜਾਂਦਾ, ਦੇਖੋ ਵਜ਼ੀਰ ਬੰਦਾ ਹੈ, ਤੁਹਾਡੇ ਬਹੁਤ ਕੰਮ ਸਾਰੂਗਾ, ਪਰ ਗੁਰੂ ਨਾਨਕ ਦੀ ਟੇਕ ਤਾਂ ਸਿੱਧੀ ਪਰਮੇਸ਼ਰ 'ਤੇ ਆ। ਕਹੋ ਸਤਨਾਮ। ਵਜ਼ੀਰਾਂ ਮੰਤਰੀਆਂ ਰਾਜਿਆਂ ਦੇ ਥੋੜ੍ਹਾ ਹੀ ਆ, ਗੁਰੂ ਨਾਨਕ ਦਾ ਖੁਦ ਪਰਮੇਸ਼ਰ ਹੈ, ਸਾਰਿਆਂ ਦੇ ਕੰਮ ਸਾਰਨ ਵਾਲਾ। ਭਾਵ ਉਹਨਾਂ ਦੀ ਗੱਲ ਕੈਂਸਲ ਕਰ ਦਿੱਤੀ, ਅਤੇ ਇੱਕਦਮ ਖੁਸ਼ੀ ਦੇ ਵਿੱਚ ਗਮੀ ਛਾ ਗਈ ਵੀ ਆਹ ਕੀ ਬਣ ਗਿਆ। ਉਸ ਵੇਲੇ ਫਿਰ ਭਾਈ ਪਾਰੋ ਦਾ ਪੋਤਰਾ ਜਾਂ ਪਾਰੋ ਦੀ ਗੁਰੂ ਪਿਆਰੋ ਕੁੱਲ ਦੇ ਵਿੱਚੋਂ ਪੋਤਰਾ ਜਾਂ ਪੁੱਤਰ ਜਿਹੜਾ ਸੀਗਾ ਉਹ ਵਿੱਚੇ ਬੈਠਾ ਸੰਗਤ ਦੇ, ਉਹ ਖੜਾ ਹੋ ਗਿਆ ਉੱਠ ਕੇ, ਮਹਾਰਾਜ ਜੀ ਬੇਨਤੀ ਆ ਕਿ ਸਾਡੀ ਲੜਕੀ ਆ ਦਾਮੋਦਰੀ, ਉਹ ਵਿਆਹੁਣ ਯੋਗ ਹੈ, ਅਤੇ ਕਹੋ ਤਾਂ ਮੈਂ ਸਾ ਕਰਦੇ ਹਾਂ, ਸ਼ਗਨ ਪਾ ਦਿਆਂ। ਪਾਤਸ਼ਾਹ ਕਹਿੰਦੇ ਪਾ ਦੇ ਭਾਈ। ਕਹੋ ਸਤਨਾਮ ਸ੍ਰੀ। ਉਸੇ ਵੇਲੇ ਹੀ
ਸਤਿਗੁਰਾਂ ਨੂੰ ਭਾਈ ਪਾਰੋ ਦੇ ਘਰੋਂ ਇੱਕ ਰਿਸ਼ਤਾ ਪ੍ਰਾਪਤ ਹੋ ਗਿਆ। ਔਰ ਇਸ ਅਵਸਰ ਨੂੰ ਤਾਂ ਗਰੀਬ ਸਿੱਖ ਸੰਗਤਾਂ ਲੋਚਦੀਆਂ ਸਨ ਕਿ ਸਾਡਾ ਗੁਰੂ ਘਰ ਨਾਲ ਸੰਬੰਧ ਜੁੜੇ ਕਿਸੇ ਤਰ੍ਹਾਂ। ਭਾਈ ਪਾਰੋ ਨਾਲ ਤਾਂ ਪਹਿਲੇ ਬਚਨ ਹੋਏ ਸੀਗੇ ਤੀਜੇ ਪਜਾਮੇ 'ਚ, ਔਰ ਅੱਜ ਉਹ ਗੁਰੂ ਘਰ ਦੇ ਨਾਲ ਸੰਬੰਧ ਬਣਾ ਕੇ ਜੁੜ ਗਿਆ। ਕਹੋ ਸਤਿਨਾਮ। ਉਸੇ ਵੇਲੇ ਇੱਕ ਸਿੱਖ ਹੋਰ ਖੜਾ ਹੋਇਆ। ਉਹ ਕਹਿਣ ਲੱਗਿਆ ਜੀ ਬੱਚੀ ਹੈ ਤਾਂ ਹਲੇ ਛੋਟੀ, ਪਰ ਮੈਂ ਅੱਜ ਤੋਂ ਹੀ ਬੇਨਤੀ ਕਰਦਾ ਕਿ ਇੱਕ ਸ਼ਗਨ ਮੈਂ ਵੀ ਪਾ ਦਿਆਂ। ਜਿੱਦੇ ਬੱਚੀ ਵਿਆਹੁਣ ਯੋਗ ਹੋ ਗਈ ਉਹਦੇ ਵਿਆਹ ਕਰ ਦਿਆਂਗੇ। ਕਹੋ ਸਤਿਨਾਮ ਸੀ। ਪਾਤਸ਼ਾਹ ਕਹਿੰਦੇ ਤੂੰ ਵੀ ਪਾ ਦੇ ਭਾਈ। ਐਟ ਏ ਟਾਈਮ 2 ਸ਼ਗਨ ਪੈ ਗਏ ਸਤਿਗੁਰਾਂ ਨੂੰ। ਤਾਂ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿੱਥੇ ਇੱਕ ਸ਼ਗਨ ਰੁਕਿਆ ਉੱਥੇ 2 ਹੋਰ ਪੈ ਗਏ। ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਪਰ ਲਾਗੀ ਬੜੇ ਦੁਖੀ ਹੋਏ ਵੀ ਐਡਾ ਵੱਡਾ ਘਰ ਚੰਦੂ ਦੇ ਹੱਥੋਂ ਨਿਕਲ ਗਿਆ। ਪਰ ਵੱਡੇ ਕੀਆਂ ਵਡਿਆਈਆਂ ਜਿਸ ਭਾਵੈ ਤਿਸ ਦੇ, ਦਾਤੈ ਦਾਤ ਰੱਖੀ ਹੱਥੀ ਆਪਣੇ ਜਿਸ ਭਾਵੈ ਤਿਸ ਦੇ। ਕਹੋ ਸਤਿਨਾਮ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਘਰ ਦੇ ਨਾਲ ਸੰਬੰਧ ਜੁੜਨਾ ਕਿਹੜਾ ਸੌਖਾ ਹੈ। ਤਾਂ ਆਪਣੇ ਵੱਡੇ ਭਾਗ ਹੈ ਕਿ ਅਕਾਲ ਪੁਰਖ ਨੇ ਸਾਨੂੰ ਸਿੱਖਾਂ ਦੇ ਘਰਾਂ 'ਚ ਪੈਦਾ ਕੀਤਾ। ਕਹੋ ਸਤਿਨਾਮ। ਆਪਣੇ ਸੰਬੰਧ ਜੁੜੇ ਹੋਏ ਆ, ਆਪਾਂ ਗੁਰੂ ਦੇ ਪੁੱਤਰ ਬਣੇ ਹੋਏ ਆ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ। ਇਹ ਵੀ ਸਾਡਾ ਇੱਕ ਪਿਓ ਪੁੱਤ ਦਾ ਰਿਸ਼ਤਾ ਗੁਰੂ ਸਾਹਿਬ ਦੇ ਨਾਲ ਪੈ ਗਿਆ। ਖੈਰ ਲਾਗੀ ਨਿੰਮੋ ਝੂਨੇ ਹੋਏ ਵਾਪਸ ਚਲੇ ਗਏ। ਵਾਪਸ ਜਾ ਕੇ ਫਿਰ ਚੰਦੂ ਨੂੰ ਦੱਸਦੇ ਹੈ ਕਿ ਕਈ ਵਾਰੀ ਹੱਥਾਂ ਦੀਆਂ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਅਤੇ ਕਈ ਵਾਰੀ ਮੂੰਹ ਨਾਲ ਵੀ ਨਹੀਂ ਖੁੱਲ੍ਹਦੀਆਂ। ਕਹੋ ਸਤਿਨਾਮ। ਅਤੇ ਤੂੰ ਜਿਹੜਾ ਬੋਲਿਆ ਉਹ ਚੰਗਾ ਨਹੀਂ ਕੀਤਾ। ਦਿੱਲੀ ਦੀਆਂ ਸਿੱਖਾਂ ਨੇ ਖਬਰ ਪਹੁੰਚਾ ਦਿੱਤੀ ਆ ਉੱਥੇ, ਅਤੇ ਜਦੋਂ ਅਸੀਂ ਸ਼ਗਨ ਪਾਉਣ ਲੱਗੇ ਤਾਂ ਉਸੇ ਵੇਲੇ ਸਾਨੂੰ ਰੋਕ ਦਿੱਤਾ ਗਿਆ ਅਤੇ ਤੁਹਾਨੂੰ ਜਵਾਬ ਮਿਲ ਗਿਆ। ਹੁਣ ਵਜ਼ੀਰ ਨੂੰ ਇੱਕ ਪਾਸੇ ਵਜ਼ੀਰੀ ਦਾ ਹੰਕਾਰ ਹੈ, ਦੂਜੇ ਪਾਸੇ ਲੜਕੀ ਦਾ ਸਾਕ ਟੁੱਟ ਜਾਣਾ ਇੱਕਦਮ ਬਹੁਤ ਔਖਾ ਲੱਗਦਾ ਹੈ। ਇਸ ਨੇ ਫਿਰ ਚਿੱਠੀ ਲਿਖ ਕੇ ਭੇਜੀ, ਔਰ ਚਿੱਠੀ ਲਿਖ ਕੇ ਭੇਜੀ ਵੀ ਕੋਈ ਗੱਲ ਨਹੀਂ, ਵੱਡੇ ਘਰਾਂ ਦੇ ਬੱਚਿਆਂ ਦੇ 2-2 3-3 ਵਿਆਹ ਹੋ ਹੀ ਜਾਂਦੇ, ਫਿਰ ਕੀ ਹੋ ਗਿਆ, 2 ਸ਼ਾਦੀਆਂ ਹੋ ਗਈਆਂ ਤਾਂ ਮੇਰਾ ਸਾਕ ਵੀ ਲੈ ਲਓ। ਕਹੋ ਸਤਿਨਾਮ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ, ਸਾਨੂੰ 2 ਬੱਚਿਆਂ ਦਾ ਰਿਸ਼ਤਾ ਆ ਗਿਆ, ਹੁਣ ਅਸੀਂ ਹੋਰ ਸਾਕ ਨਹੀਂ ਲੈਣਾ। ਔਰ ਚਿੱਠੀ ਦੇ ਵਿੱਚ ਉੱਤੇ ਤਾਂ ਲਿਖਦਾ ਇੱਦਾਂ, ਮੈਂ ਤੁਹਾਡੇ ਬੜੇ ਕੰਮ ਸਾਰੂੰਗਾ, ਮੈਂ ਵਜ਼ੀਰ ਹਾਂ ਸਰਕਾਰੀ ਰਾਜਨੀਤੀ ਦੇ ਵਿੱਚ, ਮੈਂ ਗੁਰੂ ਘਰ ਦੇ ਵਿੱਚ ਬਹੁਤ ਕੰਮ ਸਵਾਰੂੰਗਾ। ਕਈ ਵਾਰੀ ਅਸੀਂ ਕਹਿੰਦੇ ਹਾਂ ਮੈਂ ਗੁਰਦੁਆਰੇ ਦਾ ਕੰਮ ਸਵਾਰਿਆ, ਵੀ ਤੂੰ ਕੌਣ ਹੈ ਸਵਾਰਨ ਵਾਲਾ, ਤੈਨੂੰ ਤਾਂ ਸੇਵਾ ਮਿਲੀ ਹੈ। ਤੂੰ ਇਹ ਸੋਚ ਕਿ ਤੇਰੇ 'ਤੇ ਕਿਰਪਾ ਹੋ ਰਹੀ ਹੈ। ਆਪੇ ਸੇਵਾ ਲਾਈਣ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪੇ ਆਪੇ ਸਾਰ ਕਰੇ। ਚੰਦੂ ਕਹਿੰਦਾ ਮੈਂ ਬੜੇ ਕੰਮ ਸਵਾਰੂੰਗਾ, ਤੁਸੀਂ ਮੇਰਾ ਰਿਸ਼ਤਾ ਲੈ ਲਓ। ਪਰ ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਵੀ ਨਹੀਂ ਲਾਗਿਓ, ਚਿੱਠੀ ਲੈ ਜਾਓ, ਉਹਨੂੰ ਕਹਿ ਦਿਓ ਵੀ ਸਾਨੂੰ ਕੋਈ ਗੁੱਸਾ ਨਹੀਂ, ਠੀਕ ਹੈ ਆਪੋ ਆਪਣਾ ਸੁਭਾਅ ਹੁੰਦਾ ਹੈਗਾ, ਤੁਸੀਂ ਆਪਣੀ ਲੜਕੀ ਨੂੰ ਕਿਸੇ ਵੱਡੇ ਘਰੇ ਵਿਆਹ ਦਿਓ। ਪਰ ਉਸ ਨੇ ਫਿਰ ਚਿੱਠੀ ਲਿਖੀ, ਜੇ ਤੁਸੀਂ ਮੇਰਾ ਇਹ ਨਾ ਸਾਕ ਮਨਜ਼ੂਰ ਕੀਤਾ ਮੈਂ ਬਹੁਤ ਭੈੜਾ ਹਾਂ। ਕਹੋ ਸਤਿਨਾਮ ਸੀ। ਮੈਂ ਬਹੁਤ ਭੈੜੀ ਕਰੂੰਗਾ। ਥੱਲੇ ਇਹ ਵੀ ਲਿਖਦਾ ਕਿ ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ ਅਤੇ ਮੈਂ ਕੁੱਤਾ ਬਣ ਕੇ ਮਗਰ ਪਊਂਗਾ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨੂੰ ਕਹਿ ਦਿਓ ਭਾਈ ਕੁੱਤਿਆਂ ਨੂੰ ਕਾਬੂ ਕਰਨੇ ਵੀ ਜਾਣਦੇ ਹਾਂ ਅਸੀਂ। ਕਹੋ ਸਤਿਨਾਮ। ਕੁੱਤਿਆਂ ਦੀ ਸੰਗਲੀ ਪਾਉਣ ਵੀ ਜਾਣਦੇ ਹਾਂ, ਐਸੇ ਗੱਲ ਨਹੀਂ ਕਰਦੀ ਹੁੰਦੀ। ਉਹਨੂੰ ਕਹਿ ਦਿਓ ਵੀ ਸਾਡੇ ਵੱਲੋਂ ਕੋਰਾ ਜਵਾਬ ਆ, ਅਸੀਂ ਨਹੀਂ ਰਿਸ਼ਤਾ ਲੈਣਾ। ਕਾਫੀ ਸਮਾਂ ਇਹ ਖਿੱਚੋਤਾਣ ਚੱਲਦੀ ਰਹੀ ਅਤੇ ਗੁਰੂ ਸਾਹਿਬ ਨੇ ਪੱਕਾ ਜਵਾਬ ਦੇ ਦਿੱਤਾ, ਦੇਣਾ ਹੀ ਸੀਗਾ। ਸੰਗਤ ਦਾ ਜਿਵੇਂ ਬੇਨਤੀ ਸੀਗੀ, ਸਤਿਗੁਰ ਨੇ ਸੰਗਤ ਦੀ ਬੇਨਤੀ ਨੂੰ ਕਦੇ ਥੱਲੇ ਨਹੀਂ ਸਿੱਟਿਆ। ਕਹੋ ਸਤਿਨਾਮ। ਸੰਗਤ ਨੂੰ ਬੜਾ ਪਿਆਰ ਕਰਦੇ ਆ। ਤਾਂ ਅਖੀਰ ਗੁਰੂ ਪਿਆਰਿਓ ਇਹ ਆਪਣੀ ਮਾੜੀ ਕਰਨੀ 'ਤੇ ਉਤਰੇ ਆਇਆ ਅਤੇ ਇਸ ਨੇ ਕੋਸ਼ਿਸ਼ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਡਰਾ ਧਮਕਾ ਕੇ ਮਨਾਉਣ ਦੀ, ਪਰ ਸਤਿਗੁਰਾਂ ਨੇ ਕਿਹਾ ਡਰਨਾ ਸੀ। ਅਤੇ ਇਸ ਨੇ ਕਈ ਵਾਰੀ ਚਿੱਠੀਆਂ ਭੇਜੀਆਂ, ਕਈ ਵਾਰੀ ਸੁਨੇਹੇ ਭੇਜੇ, ਪਰ ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ। ਅਖੀਰ ਇਹ ਵਿਉਂਤਬੰਦੀਆਂ ਬਣਾਉਂਦਾ ਰਿਹਾ। ਇੱਕ ਵਾਰੀ ਜਹਾਂਗੀਰ ਦਾ ਪੁੱਤਰ ਖੁਸਰੋ, ਉਸ ਤੋਂ ਗੁਰੂ ਪਿਆਰਿਓ ਜਿਹੜਾ ਸੀਗਾ ਬੇਦਾਵੇ ਹੋ ਕੇ ਚੱਲਿਆ ਸੀ। ਰਾਜਾ ਉਹਦੇ ਨਾਲ ਗੁੱਸੇ ਹੋਇਆ ਕਿ ਤੇ ਉਹਨੂੰ ਘਰੋਂ ਕੱਢਤਾ।
ਤੇ ਨਾਲ ਹੀ ਚਿੱਠੀਆਂ ਕੱਢਤੀਆਂ ਦੇਸ਼ ਵਿੱਚ ਕਿ ਕੋਈ ਵੀ ਮੇਰੇ ਪੁੱਤਰ ਖੁਸਰੋ ਦੀ ਸਹਾਇਤਾ ਨਾ ਕਰੇ, ਇਹਦੇ ਨਾਲ ਮੇਲ ਮਿਲਾਪ ਨਾ ਕਰੇ। ਜਿਹੜਾ ਇਹਦੇ ਨਾਲ ਮੇਲ ਮਿਲਾਪ ਕਰੂਗਾ ਉਹ ਆਪ ਦਾ ਆਪ ਜ਼ਿੰਮੇਵਾਰ ਹੋਊਗਾ, ਉਹਨੂੰ ਜੁਰਮਾਨਾ ਕੀਤਾ ਜਾਊਗਾ, ਸਜ਼ਾ ਕੀਤੀ ਜਾਊਗੀ। ਉਹ ਖੁਸਰੋ ਚੱਲਦਾ ਚੱਲਦਾ ਆਪਣੀ ਥੋੜ੍ਹੀ ਜਿਹੀ ਫੌਜ ਦੇ ਨਾਲ ਤੁਰਦਾ ਜਾ ਰਿਹਾ ਤੇ ਜਾਂਦਾ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਰੁਕ ਗਿਆ। ਕੋਈ ਸਤਨਾਮ, ਕਿਉਂਕਿ ਕੋਲੇ ਪੈਸਾ ਵੀ ਕੋਈ ਨਹੀਂ, ਨਾਲ ਜਿਹੜੇ ਸੰਗੀ ਸਾਥੀ ਹੈ, ਥੋੜ੍ਹੀ ਬਹੁਤੀ ਫੌਜ ਹੈ, ਉਹ ਵੀ ਬੜੀ ਦੁਖੀ ਹੈ, ਭੁੱਖੇ ਹਨ। ਤੇ ਗੁਰੂ ਨਾਨਕ ਦਾ ਘਰ ਹੈ, ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਦਾ। ਉਹਨੇ ਆ ਕੇ ਬੇਨਤੀ ਕੀਤੀ, ਸਾਡੇ ਕੋਲ ਖਰਚਾ ਨਹੀਂ ਹੈ ਜੀ, ਸਾਨੂੰ ਭੁੱਖ ਵੀ ਬੜੀ ਲੱਗੀ ਹੈ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਲੰਗਰ ਛਕ ਲਓ। ਤੇ ਜਾਂਦਿਆਂ ਹੋਇਆਂ ਨੂੰ 5000 ਵੀ ਦੇ ਦਿੱਤਾ। ਕੋਈ ਸਤਨਾਮ, ਖਰਚਾ ਵੀ ਦੇਤਾ। ਇਹ ਘਰ ਹੀ ਐਸਾ ਹੈ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਤਾਂ ਗੁਰੂ ਪਿਆਰਿਓ, ਖੁਸਰੋ ਕਹਿੰਦੇ ਅੱਗੇ ਲੰਘ ਗਿਆ ਤੇ ਇਸ ਦਾ ਪਤਾ ਚੰਦੂ ਵਜ਼ੀਰ ਨੂੰ ਲੱਗ ਗਿਆ ਵੀ ਗੁਰੂ ਅਰਜਨ ਦੇਵ ਜੀ ਨੇ ਮਦਦ ਕੀਤੀ ਹੈ। ਔਰ ਉਸ ਨੇ ਰਾਜੇ ਨੂੰ ਭੜਕਾਉਣਾ ਸ਼ੁਰੂ ਕਰਤਾ ਵੀ ਰਾਜਾ ਸਾਹਿਬ, ਤੁਹਾਡੇ ਉਸ ਬਾਗੀ ਹੋਏ ਪੁੱਤਰ ਦੀ ਮਦਦ ਕੀਤੀ ਆ। ਮਾਝੇ ਦੇ ਵਿੱਚ ਗੁਰੂ ਅਰਜਨ ਦੇਵ ਰਹਿੰਦੇ ਆ, ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਕਦੇ ਕਹਿੰਦਾ ਉਹਨਾਂ ਨੇ ਚੋਰ ਰੱਖੇ ਹੋਏ ਆ, ਡਾਕੂ ਲੁਟੇਰੇ ਰੱਖੇ ਹੋਏ ਆ। ਭਾਵ ਸਮੇਂ ਸਮੇਂ 'ਤੇ ਇਹ ਵਜ਼ੀਰ ਜਹਾਂਗੀਰ ਦੇ ਅੰਦਰ ਐਸੀਆਂ ਗੁਰੂ ਘਰ ਦੇ ਐਂਟੀ ਗੱਲਾਂ ਭਰਦਾ ਰਿਹਾ। ਸਮਾਂ ਲੰਘਦਾ ਰਿਹਾ ਤੇ ਕਹਿਣ ਲੱਗਿਆ ਉਹਨਾਂ ਨੂੰ ਹੁਣ ਜੁਰਮਾਨਾ ਕੀਤਾ ਜਾਵੇ 2 ਲੱਖ ਰੁਪਈਆ, ਜਿਹੜਾ ਤੁਸੀਂ ਰੱਖਿਆ ਸੀ, ਜਿਹੜਾ ਖੁਸਰੋ ਨੂੰ ਮਦਦ ਕਰੂਗਾ। ਤੇ ਜਹਾਂਗੀਰ ਕਹਿਣ ਲੱਗਿਆ ਯਾਰ ਇਹ ਤਾਂ ਘਰ ਕਹਿੰਦੇ ਬੜਾ ਚੰਗਾ, ਇਹਨਾਂ ਨੂੰ ਚੋਰ ਡਾਕੂ ਰੱਖਣ ਦੀ ਕੀ ਲੋੜ ਹੈ, ਇੱਥੇ ਪਹਿਲੇ ਵਾਧੂ ਆਮਦਨ ਆਉਂਦੀ ਹੈ। ਚਲੋ ਜੇ ਘੱਟ ਆਉਂਦੀ ਹੈ ਤੇ ਪਤਾ ਕਰੋ, ਆਪਾਂ ਇੱਧਰੋਂ ਖਜ਼ਾਨੇ 'ਚ ਭੇਜ ਦਿਆ ਕਰਾਂਗੇ। ਪਰ ਚੰਦੂ ਇਹ ਨਹੀਂ ਸੀ ਚਾਹੁੰਦਾ। ਤਾਂ ਅੱਗੇ ਚੱਲਦਿਆਂ ਚੰਦੂ ਨੇ ਕਹਿੰਦੇ ਇੱਕ ਦਿਨ ਫਿਰ ਜਹਾਂਗੀਰ ਨੂੰ ਕਿਹਾ ਕਿ ਰਾਜਾ ਸਾਹਿਬ, ਤੁਹਾਡੇ ਵੱਡੇ ਜਿਹੜੇ ਹਨ ਉਹ ਗਰਮੀਆਂ ਦੇ ਦਿਨ, ਆ ਜੇਠ ਹਾੜ ਦੇ ਦਿਨ ਜਿਹੜੇ ਨਾ ਕਸ਼ਮੀਰ 'ਚ ਕੱਟਿਆ ਕਰਦੇ ਸੀ, ਤੇ ਤੁਸੀਂ ਵੀ ਚਲੋ ਤੁਹਾਨੂੰ ਕਸ਼ਮੀਰ ਦਿਖਾ ਕੇ ਲਿਆਵਾਂ। ਬਹਾਨਾ ਸੀਗਾ ਦਿੱਲੀ ਤੋਂ ਲਾਹੌਰ ਦੇ ਇਲਾਕੇ 'ਚ ਪਹੁੰਚਣ ਦਾ, ਕੋਈ ਸਤਨਾਮ, ਅੰਮ੍ਰਿਤਸਰ ਦੇ ਇਲਾਕੇ 'ਚ ਆਉਣ ਦਾ। ਤੇ ਉੱਥੋਂ ਸਾਰਾ ਲਾਲ ਲਸ਼ਕਰ ਤੋਰ ਲਿਆ, ਨਾਲ ਚੰਦੂ ਵਜ਼ੀਰ ਨੇ। ਰਾਜੇ ਕੰਨਾਂ ਦੇ ਕੱਚੇ ਹੁੰਦੇ ਆ, ਜਿਵੇਂ ਵਜ਼ੀਰ ਕਹੀ ਜਾਂਦੇ ਆ ਉਵੇਂ ਮੰਨੀ ਜਾਂਦੇ ਆ, ਨਾਲ ਤੁਰ ਪਿਆ। ਜਿਸ ਵੇਲੇ ਰਸਤੇ ਵਿੱਚ ਆ ਰਹੇ ਹੈ ਤੇ ਰਾਜਾ ਕਿਤੇ ਡਿੱਗ ਪਿਆ, ਘੋੜੇ 'ਤੇ ਚੜ੍ਹਨ ਲੱਗਿਆ, ਲਾਤੇ ਸੱਟ ਵੱਜੀ। ਲਾਤੇ ਦਾ ਸੱਟ ਵੱਜੀ ਤੇ ਇਹਨਾਂ ਦੇ ਨਾਲ ਨਜੂਮੀਆਂ, ਪੱਤਰੀ ਦੇਖਣ ਵਾਲੇ, ਦਿਨ ਮਾੜਾ ਚੰਗਾ ਦੇਖਣ ਵਾਲੇ ਨਾਲ ਹੀ ਹੁੰਦੇ ਆ। ਤੇ ਰਾਜਾ ਕਹਿਣ ਲੱਗਿਆ ਚੰਦੂ ਨੂੰ, ਕਹਿੰਦਾ ਵੀ ਨਜੂਮੀਏ ਨੂੰ ਪੁੱਛੋ ਵੀ ਕਾਰਨ ਕੀ ਹੈ। ਤੇ ਚੰਦੂ ਨਜੂਮੀਏ ਕੋਲੇ ਆਇਆ, ਜਿਹੜਾ ਬਾਹਮਣ ਪੱਤਰੀ ਵੇਖਦਾ ਇਹਨਾਂ ਦੇ ਨਾਲ। ਉਹਨੂੰ ਕਹਿਣ ਲੱਗਿਆ ਵੀ ਆਪਾਂ ਰਾਜੇ ਨੂੰ ਪਤਾ ਕੀ ਕਹਿਣਾ। ਕਹਿੰਦੇ ਵੀ ਕੀ ਕਹਿਣਾ? ਬਈ ਇਹ ਕਹਿਣਾ ਹੈ ਵੀ ਰਾਤ ਸਾਡੇ ਤੰਬੂ 'ਚ ਹੋ ਗਈ ਚੋਰੀ, ਤੇ ਤੰਬੂ ਦੇ ਵਿੱਚੋਂ ਚੋਰ ਜਿਹੜੇ ਸਨ ਸਾਰਾ ਸਮਾਨ ਵੀ ਚੱਕ ਕੇ ਲੈ ਗਏ, ਪੱਤਰੀ ਵੀ ਨਾਲ ਲੈ ਗਏ। ਕੋਈ ਸਤਨਾਮ, ਚੱਕਰ 'ਚ ਪਾ ਕੇ ਉਸ ਬਾਹਮਣ ਨੂੰ, ਨਜੂਮੀਏ ਨੂੰ, ਰਾਜੇ ਨੂੰ ਕਹਿਤਾ ਵੀ ਇਸ ਇਲਾਕੇ ਚੋਰ ਹੈ। ਭਾ ਪਹੁੰਚ ਗਏ ਸੀ ਮਾਝੇ ਦੇ ਇਲਾਕੇ 'ਚ। ਕਹਿੰਦੇ ਇਸ ਇਲਾਕੇ ਦੇ ਵਿੱਚ ਚੋਰ ਰਹਿੰਦੇ ਨੇ। ਕਿੰਨੇ ਵਜੇ ਤਾਂ ਗੁਰੂ ਪਿਆਰਿਓ ਕਹਿੰਦੇ ਰਾਜੇ ਨੂੰ ਫਿਰ ਭੜਕਾਤਾ ਵੀ ਇੱਥੇ ਚੋਰ ਰਹਿੰਦੇ ਆ, ਪੱਤਰੀ ਨਹੀਂ ਮਿਲੀ। ਉਹ ਪੱਤਰੀ ਲੈ ਕੇ ਚੋਰ ਚੱਕ ਕੇ। ਰਾਜਾ ਕਹਿੰਦਾ ਯਾਰ ਇੱਥੇ ਗੁਰੂ ਅਰਜਨ ਦੇਵ ਜੀ ਦਾ ਸਿਸਟਮ ਚੱਲ ਰਿਹਾ, ਵਧੀਆ ਸਿੱਖੀ ਦਾ ਪ੍ਰਚਾਰ ਹੋ ਰਿਹਾ, ਵੀ ਚੋਰਾਂ ਦਾ ਕੀ ਮਤਲਬ ਹੈ? ਕਹਿੰਦੇ ਤੁਹਾਨੂੰ ਦੱਸਿਆ ਸੀ ਰਾਜਾ ਸਾਹਿਬ, ਇਹ ਚੋਰ ਹੈ, ਇਹਨਾਂ ਨੇ ਠੱਗ ਚੋਰ ਰੱਖੇ ਹੋਏ ਨੇ, ਇਹ ਲੋਕਾਂ ਨੂੰ ਭੁਲੋ ਕੇ ਉਹਨਾਂ ਤੋਂ ਲੁੱਟਦੇ ਆ। ਤਾਂ ਅਖੀਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਦੀ ਲੰਘ ਕੇ ਤੇ ਲਾਹੌਰ ਪਹੁੰਚ ਗਏ। ਤੇ ਲਾਹੌਰ ਇਹਨਾਂ ਨੇ ਉਤਾਰਾ ਕੀਤਾ। ਲਾਹੌਰ ਰੋਕੇ ਤੇ ਰਾਜੇ ਨੂੰ ਫਿਰ ਗੱਲ ਯਾਦ ਕਰਾਉਂਦਾ, ਜੀ ਤੁਹਾਨੂੰ ਦੱਸਿਆ ਸੀਗਾ ਕਈ ਮਹੀਨੇ ਪਹਿਲਾਂ ਤੁਹਾਡੇ ਖੁਸਰੋ ਪੁੱਤਰ ਨੂੰ ਇਹ ਗੁਰੂ ਅਰਜਨ ਦੇਵ ਨੇ ਮਦਦ ਕੀਤੀ ਸੀ, ਆਪਾਂ ਉਹ ਜੁਰਮਾਨਾ ਲਿਆ ਨਹੀਂ ਹਜੇ। ਕਹੋ ਸਤਨਾਮ। ਰਾਜਾ ਕਹਿੰਦਾ ਯਾਰ ਛੱਡ ਖੜਾ। ਕਹਿੰਦੇ ਨਹੀਂ ਨਹੀਂ, ਐਂ ਤਾਂ ਫਿਰ ਦੁਨੀਆ ਵਿਗੜ ਜੂਗੀ, ਆਪਾਂ ਨੂੰ ਕੁਛ ਕਰਨਾ ਚਾਹੀਦਾ।
ਉਹਨਾਂ ਨੂੰ ਪੁੱਛਿਆ ਜਾਵੇ ਸਦਕੇ ਵੀ ਕਿਉਂ ਮਦਦ ਕੀਤੀ ਹੈ, ਅਤੇ ਜਾਂ ਫਿਰ ਉਹਨਾਂ ਤੋਂ ਜੁਰਮਾਨਾ ਲਿਆ ਜਾਵੇ, ਜਾਂ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਕੁਛ ਨਾ ਕੁਛ ਕਰਨਾ ਚਾਹੀਦਾ। ਅਤੇ ਰਾਜੇ ਨੇ ਬੰਦੇ ਭੇਜਤੇ 2 ਅੰਮ੍ਰਿਤਸਰ ਸਾਹਿਬ ਸਿਪਾਹੀ, ਅਤੇ 2 ਸਿਪਾਹੀ ਜਦ ਆਏ ਅਤੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ। ਜੀ ਤੁਹਾਨੂੰ ਲਾਹੌਰ ਸੱਦਿਆ ਹੈ। ਵੈਸੇ ਤਾਂ ਜੋ ਸਿਸਟਮ ਹੈ ਸਾਰਾ ਪਰਮੇਸ਼ਰ ਨੇ ਪਹਿਲੇ ਬਣਾਇਆ ਹੋਇਆ, ਕਿਵੇਂ ਕਿਵੇਂ ਦੁਨੀਆ ਚੱਲਣੀ ਆ, ਕੀ ਕਰਨਾ ਕੀ ਨਹੀਂ ਕਰਨਾ। ਬਾਬਾ ਸ਼੍ਰੀ ਚੰਦ ਜੀ ਇੱਕ ਦਿਨ ਗੁਰੂ ਪਿਆਰਿਓ ਆਪਣੇ ਇੱਕ ਸਿੱਖ ਨੂੰ ਭੇਜਦੇ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ। ਕਹਿੰਦੇ ਜੀ ਦੇਖੋ, ਇੱਕ ਤਾਂ ਤੁਸੀਂ ਜਿਹੜਾ ਹਰ ਸਾਲ 500 ਰੁਪਇਆ ਗੁਰੂ ਘਰ ਵੱਲੋਂ ਸ਼੍ਰੀ ਚੰਦ ਦੀ ਗੱਦੀ 'ਤੇ ਭੇਜ ਦਿਓ, ਉਹ ਦਿਓ, ਅਤੇ 500 ਤੁਹਾਡੇ ਘਰ ਪੁੱਤਰ ਹੋਇਆ, ਔਰ ਪੁੱਤਰ ਦੀ ਖੁਸ਼ੀ ਦਾ ਵਿੱਚ 500 ਦਿਓ, ਅਤੇ ਇੱਕ ਘੋੜਾ ਦਿਓ। ਅਤੇ ਜਦ ਉਸ ਬਾਬੇ ਸ਼੍ਰੀ ਚੰਦ ਦਾ ਸੇਵਕ ਬੜਾ ਮਸਤ ਜਿਹਾ ਹੁੰਦਾ ਸੀ, ਉਹ ਸਾਹਮਣੇ ਆਇਆ, ਅਤੇ ਆਉਂਦੀ ਨੂੰ ਕਹਿੰਦੇ ਖੜਨਾ ਨਹੀਂ ਗਾ, ਬੈਠਣਾ ਨਹੀਂ ਹੈਗਾ, ਖੜੇ ਖੜੇ ਲੈ ਕੇ ਆ ਜਿਓ। ਕਹੋ ਸਤਨਾਮ। ਹੁਣ ਸਾਧੂਆਂ ਦੇ ਕਈ ਸਾਧੂਆਂ ਦੇ ਜਿਹੜੇ ਹੁੰਦੇ ਨਾ ਸੇਵਕ, ਉਹ ਲਖੀਰ ਤੇ ਫਕੀਰ ਹੁੰਦੇ ਆ। ਉਹ ਕਹਿੰਦੇ ਜੋ ਕਹਤਾ ਸੱਤ ਹੈ, ਹੁੰਦਾ ਵੀ ਸੱਤ ਹੈ। ਅਤੇ ਕਹਿੰਦੇ ਉਸ ਸੇਵਕ ਨੇ ਜਦ ਆ ਕੇ ਬੇਨਤੀ ਕੀਤੀ, ਵਾਹ ਖਾਲਸਾ ਫਤਿਹ, ਨਮਸਕਾਰ ਬੁਲਾਈ ਗੁਰੂ ਅਰਜਨ ਦੇਵ ਜੀ ਨੂੰ, ਪੈਰੀ ਪੈਣਾ ਕੀਤਾ। ਵੀ ਸਿੱਖਾ ਮਹਾਰਾਜ ਸ਼੍ਰੀ ਚੰਦ ਨੇ ਭੇਜਿਆ। 500 ਰੁਪਈਆ ਤਾਂ ਹਰ ਸਾਲ ਵਾਲਾ, ਅਤੇ 500 ਰੁਪਈਆ ਸਾਹਿਬਜ਼ਾਦੇ ਦੇ ਜਨਮ ਤੋਂ ਬਾਅਦ ਉਹਦੀ ਵਧਾਈ, ਅਤੇ ਇੱਕ ਘੋੜਾ ਸਾਨੂੰ ਦਿਓ। ਕਹੋ ਸਤਨਾਮ। ਕਹਿੰਦੇ ਅੱਛਾ ਠੀਕ ਆ, ਐਂ ਕਰੋ ਪਹਿਲਾਂ ਪ੍ਰਸ਼ਾਦਾ ਛਕ ਲਓ, ਲੰਗਰ ਵਿੱਚ ਜਾਓ, ਗੰਗਾ ਜੀ ਪ੍ਰਸ਼ਾਦਾ ਛਕਾਈ ਜਾਂਦੇ ਆ, ਪ੍ਰਸ਼ਾਦਾ ਛਕ ਲਓ। ਅਤੇ ਜਦੋਂ ਉਹ ਗੋਦੜੀਆ ਜੀ ਗਏ ਲੰਗਰ ਦੇ ਵਿੱਚ, ਮਾਤਾ ਗੰਗਾ ਜੀ ਕੋਲੋਂ ਪ੍ਰਸ਼ਾਦਾ ਮੰਗਿਆ, ਅਤੇ ਮਾਤਾ ਜੀ ਵਰਤਾ ਰਹੇ ਸੀਗੇ। ਇਹਨਾਂ ਨੇ ਸ਼੍ਰੀ ਚੰਦ ਦਾ ਵਚਨ ਮੰਨ ਕੇ ਖੜੇ ਖੜੇ ਪ੍ਰਸ਼ਾਦਾ ਮੰਗਿਆ, ਬਾਕੀ ਸਭ ਬੈਠੇ ਲੈ ਰਹੇ ਸੀ। ਮਾਤਾ ਜੀ ਨੇ 1-2 ਵਾਰੀ ਖਿਆਲ ਨਾ ਕੀਤਾ, ਤੀਜੀ ਵਾਰ ਮਾਤਾ ਜੀ ਪ੍ਰਸ਼ਾਦਾ ਦਿਓ। ਉਹ ਭਾਈ ਬਹਿ ਵੀ ਜਾ, ਕਿਉਂ ਇਹਦੀਆਂ ਵਾਂਗੂ ਖੜਾ ਹੀ ਮੰਗਦਾ, ਇਹਦੀਆਂ ਕਹਿੰਦੇ ਸਿਪਾਹੀਆਂ ਨੂੰ, ਕਿਉਂ ਇਹਦੀਆਂ ਵਾਂਗੂ ਖੜਾ ਖੜਾ ਮੰਗਦਾ, ਬਹਿ ਜਾ, ਨਾਲੇ ਪ੍ਰਸ਼ਾਦਾ ਫੜਾਤਾ। ਹੁਣ ਇਹ ਭਾਈ ਸਾਹਿਬ ਜੀ ਵਾਪਸ ਆਏ। ਗੁਰੂ ਅਰਜਨ ਦੇਵ ਜੀ ਨੇ 1000 ਰੁਪਈਆ ਚਾਂਦੀ ਦਾ ਥੈਲੀ ਔਰ ਇੱਕ ਘੋੜਾ ਦੇ ਕੇ 2-3 ਸਿੱਖਾਂ ਨੂੰ ਨਾਲ ਭੇਜਿਆ ਵੀ ਜਾ ਕੇ ਛੱਡ ਕੇ ਆਓ, ਬਾਬਾ ਸ਼੍ਰੀ ਚੰਦ ਕੋਲੇ ਕੋਈ ਰਾਹ 'ਚ ਖੋਹ ਨਾ ਲਵੇ ਇਹਨਾਂ ਤੋਂ। ਕਹੋ ਸਤਨਾਮ। ਜਦ ਬਾਬੇ ਸ਼੍ਰੀ ਚੰਦ ਕੋਲ ਜਾ ਕੇ ਛੱਡਿਆ, ਅਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਲਿਆਏ ਜੀ। ਹਾਂਜੀ, ਹੋਰ ਕੀ ਗੱਲਾਂ ਬਾਤਾਂ ਹੋਈਆਂ, ਕੀ ਵਚਨ ਵਿਚਾਰ ਸੱਚੀਆਂ ਦੱਸਦੀਆਂ? ਕਹਿੰਦੇ ਜੀ ਆਹ ਗੱਲ ਹੋਈ। ਗੁਰੂ ਐਂ ਬੜੇ ਪਿਆਰ ਨਾਲ ਮਿਲੇ ਗੁਰੂ ਅਰਜਨ ਦੇਵ ਜੀ, ਪਰ ਮਾਤਾ ਗੰਗਾ ਜੀ ਨੇ ਜਦ ਪ੍ਰਸ਼ਾਦਾ ਫੜਾਇਆ ਅਤੇ ਉਹ ਕਹਿੰਦੇ ਵੀ ਕਿਉਂ ਇਹਦੀਆਂ ਉਹ ਖੜਾ ਖੜਾ ਮੰਗਦਾ, ਬਹਿ ਜਾ। ਅੱਛਾ, ਹੁਣ ਗੁਰੂ ਨਾਨਕ ਦੇ ਘਰ ਵਿੱਚ ਘੋੜੇ ਵੀ ਬਹੁਤ ਹੋਣਗੇ, ਮਾਇਆ ਵੀ ਬਹੁਤ ਹੋਊਗੀ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਪਰ ਸਿਪਾਹੀ ਵੀ ਆਉਣਗੇ। ਕਹੋ ਸਤਨਾਮ। ਇਹਦੀਏ ਵੀ ਆਉਣਗੇ, ਜੀ ਇਹਦੀਏ ਮੰਗਿਆ ਤਾਂ ਉਹ ਵੀ ਆ ਜਾਣਗੇ। ਤਾਂ ਉਹ ਵਚਨ ਵੀ ਪੂਰਾ ਹੋਣਾ ਸੀ। ਕਹੋ ਸਤਨਾਮ। 2 ਸਿਪਾਹੀ ਆ ਗਏ ਫਿਰ ਸੁਨੇਹਾ ਦੇਣ ਵਾਸਤੇ, ਬਈ ਆਪ ਜੀ ਨੂੰ ਲਾਹੌਰ ਜਹਾਂਗੀਰ ਨੇ ਬੁਲਾਇਆ। ਅਤੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਵੀ ਇਹ ਸਮਾਂ ਆਉਣਾ ਹੀ ਆ, ਆਉਣ ਵਾਲੇ ਸਮੇਂ ਬਾਰੇ ਸਭ ਜਾਣਦੇ ਸੀਗੇ। ਅਸਲ ਦੇ ਵਿੱਚ ਗੁਰੂਆਂ ਦੇ ਜੀਵਨ ਵਿੱਚੋਂ ਸਾਨੂੰ ਇੱਕ ਸਿੱਖੀ ਦਾ ਪਾਠ ਪੜ੍ਹਾਇਆ ਗਿਆ ਵੀ ਸਿੱਖੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਕਹੋ ਸਤਨਾਮ। ਚਾਹੇ ਉਹ ਦੂਜੇ ਪਾਤਸ਼ਾਹ ਦੀ ਜੀਵਨੀ ਪੜ੍ਹ ਲਓ, ਚਾਹੇ ਤੀਜੇ ਦੀ ਪੜ੍ਹ ਲਓ, ਚਾਹੇ ਪਹਿਲੇ ਦੀ, ਚਾਹੇ ਚੌਥੇ, ਚਾਹੇ ਪੰਜਵੇਂ ਦੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਜਿਸ ਵੇਲੇ ਇਹਨਾਂ ਸਿਪਾਹੀਆਂ ਨੇ ਆ ਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਆਉਣੇ ਆ ਭਾਈ, ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਅਸੀਂ ਉੱਥੇ ਹੀ ਆਉਣੇ ਆ, ਤੁਹਾਡੇ ਕੋਲ ਮਿਲਦੇ ਹਾਂ। ਅਤੇ ਇੱਧਰ ਸਤਿਗੁਰਾਂ ਨੇ ਫਿਰ ਕੋਠੜੀ ਸਾਹਿਬ ਦੇ ਵਿੱਚ ਮੋਹਤਵਾਨ ਸਿੱਖ ਜਿਹੜੇ ਹਨ, ਜਿਸ ਤਰ੍ਹਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸਿਆਣੇ ਸਿੱਖ 5-7 ਸਿੱਖ, ਇਹਨਾਂ ਨੂੰ ਕੋਠੜੀ ਸਾਹਿਬ 'ਚ ਬਿਠਾਇਆ। ਕੋਠੜੀ ਸਾਹਿਬ ਕਹਿੰਦੇ ਆ ਜੋ ਸੱਚਖੰਡ ਹੈ ਅਕਾਲ ਤਖਤ ਸਾਹਿਬ ਦੇ ਵਿੱਚ। ਉਹਦੇ ਵਿੱਚ ਪਹਿਲਾਂ ਗੁਰੂ ਅਰਜਨ ਦੇਵ ਜੀ ਆਰਾਮ ਕਰਦੇ ਸੀ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਰਾਜਮਾਨ ਹੋ ਗਏ, ਪ੍ਰਕਾਸ਼ ਹੋ ਗਏ, ਬੀੜ ਸਾਹਿਬ ਤਿਆਰ ਹੋ ਗਏ, ਉਸ ਦਿਨ ਤੋਂ ਆਪ ਜੀ ਮੰਜੇ ਦੇ ਹੇਠਾਂ ਪੈਣ ਲੱਗੇ ਅਤੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਕਰਨ ਲੱਗੇ। ਖੈਰ, ਗੁਰੂ ਅਰਜਨ ਦੇਵ ਜੀ ਨੇ ਕੋਠੜੀ ਸਾਹਿਬ ਵਿੱਚ ਬੈਠ ਕੇ ਮੀਟਿੰਗ ਕੀਤੀ, ਆਉਣ ਵਾਲੇ ਸਮੇਂ ਬਾਰੇ ਸਾਰਾ ਸਮਝਾਇਆ। ਰਾਤ ਨੂੰ ਮਾਤਾ ਗੰਗਾ ਜੀ ਨੂੰ ਸਮਝਾਇਆ ਵੀ ਅਸੀਂ ਜਾਣਾ ਹੈ
ਪੱਕਾ ਨਹੀਂ ਪਤਾ ਸਾਡਾ ਆਈਏ ਕਿ ਨਾ ਆਈਏ, ਤੁਸੀਂ ਆਪਣੇ ਪੁੱਤਾਂ ਪੋਤਰਿਆਂ ਦੀ ਸੰਭਾਲ ਕਰਨੀ ਆ। ਕੋਈ ਸਤਨਾਮ ਬਰਾਗ ਨਹੀਂ ਕਰਨਾਗਾ, ਇਹ ਸਮਾਂ ਹੀ ਐਸਾ ਆ ਗਿਆ, ਹੁਣ ਜਾਣਾ ਪੈਣਾ। ਪਤਾ ਨਹੀਂ ਉੱਥੇ ਕੀ ਗੱਲਬਾਤ ਹੋਣੀ ਹੈ। ਖੈਰ ਸਾਰੀ ਤਾਂ ਨਹੀਂ ਦੱਸੀ, ਪਰ ਕੁਛ ਦੱਸੀ ਧੀਰਜ ਦੇਣ ਵਾਸਤੇ। ਔਰ ਫਿਰ ਇੱਧਰ ਬਾਬਾ ਬੁੱਢਾ ਜੀ ਨਾਲ ਸਲਾਹ ਮਸ਼ਵਰਾ ਕੀਤਾ ਵੀ ਅਸੀਂ ਚੱਲੇ ਹਾਂ ਲਾਹੌਰ, ਸਾਡੇ ਨਾਲ 5 ਸਿੱਖ ਜਾਣਗੇ ਔਰ ਤੁਸੀਂ ਪਿੱਛੋਂ ਸਾਰਾ ਕਾਰੋਬਾਰ ਸੰਭਾਲਣਾ ਹੈ। ਜੇ ਅਸੀਂ ਨਾ ਮੁੜੇ ਤੇ ਗੁਰਤਾ ਗੱਦੀ ਕਿਹਨੂੰ ਦਈਏ? ਤੇ ਬਾਬਾ ਬੁੱਢਾ ਜੀ ਕਹਿੰਦੇ ਤੁਹਾਡਾ ਸਾਹਿਬਜ਼ਾਦਾ ਹੀ ਕਾਬਲ ਹੈ ਜੀ। ਠੀਕ ਹੈ, ਫਿਰ ਇਹਨਾਂ ਨੂੰ ਤਿਲਕ ਦੇ ਦਿਓ। ਔਰ ਨਾਲ ਹੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੁਕਮ ਦਿੱਤਾ ਕਿ ਪੁੱਤਰ ਸੰਗਤਾਂ ਵੀ ਸੰਗਤਾਂ ਵਾਂਗੂ ਰਹਿਣਾ ਹੈ, ਆਪਣੇ ਆਪ ਨੂੰ ਪਰਮੇਸ਼ਰ ਦਾ ਸਰੂਪ ਜਾਣਨਾ ਹੈ। ਤੇ ਫਿਰ ਉਸ ਤਰ੍ਹਾਂ ਵਿਚਰਨ ਲੱਗੇ। ਖੈਰ ਲਾਹੌਰ ਚਲੇ ਗਏ। ਲਾਹੌਰ ਰਾਜੇ ਜਹਾਂਗੀਰ ਨੇ ਕਾਫੀ ਗੱਲਾਂ ਬਾਤਾਂ ਪੁੱਛੀਆਂ, ਅਧਿਆਤਮਕ ਵਿਸ਼ੇ 'ਤੇ ਗੱਲਾਂ ਬਾਤਾਂ ਬਹੁਤ ਹੋਈਆਂ। ਰਾਜਾ ਬੜਾ ਖੁਸ਼ ਹੋਇਆ। ਕਹਿੰਦੇ ਰਾਜੇ ਨੇ ਫਿਰ ਉਹ ਜੁਰਮਾਨੇ ਵਾਲੀ ਕੋਈ ਗੱਲ ਨਹੀਂ ਚਲਾਈ। ਉਸ ਤੋਂ ਬਾਅਦ ਅਰਜਨ ਦੇਵ ਮਹਾਰਾਜ ਜੀ ਨੂੰ 5 ਸਿੱਖਾਂ ਨੂੰ ਵਾਪਸ ਜਾਣ ਦੇ ਵਾਸਤੇ ਜਦ ਤੁਰਨ ਲੱਗੇ ਤੇ ਰਾਜੇ ਨੇ ਵਿਦਾ ਕਰਤੇ। ਪਰ ਤੁਰਦਿਆਂ ਤੁਰਦਿਆਂ ਜਿਹੜਾ ਚੰਦੂ ਪਾਪੀ ਸੀ ਉਸ ਨੇ ਰਾਜੇ ਨੂੰ ਬੇਨਤੀ ਕੀਤੀ, ਮਾਰਾ ਮੈਂ ਘਰੇ ਲਿਜਾ ਕੇ ਇਹਨਾਂ ਦੀ ਸੇਵਾ ਕਰ ਲਾਂ। ਮਸਾਂ ਅੱਜ ਮਿਲੇ ਆ, ਕਿਉਂਕਿ ਇਹ ਤਾਂ ਸਮਾਂ ਭਾਲਦਾ ਸੀ ਨਾ, ਟਾਈਮ ਭਾਲਦਾ ਸੀਗਾ। ਪਰ ਮੇਰਾ ਖਿਆਲ ਹੈ ਵੀ ਜਹਾਂਗੀਰ ਵੀ ਵਿੱਚੇ ਰਲਿਆ ਹੋਊਗਾ। ਇਹ ਤਾਂ ਹੋ ਨਹੀਂ ਸਕਦਾ ਵੀ ਰਾਜਿਆਂ ਨੂੰ ਪਤਾ ਹੀ ਨਾ ਹੋਵੇ ਵੀ ਹੋ ਕੀ ਰਿਹਾ ਹੈ। ਖੈਰ ਚਲੋ, ਇਹ ਲਾਹੌਰ ਵਾਲੇ ਆਪਣੇ ਨੌਰੇ ਵਿੱਚ ਲੈ ਗਏ ਆ ਸਤਿਗੁਰਾਂ ਨੂੰ, 5 ਸਿੱਖਾਂ ਨੂੰ। ਭਾਵ ਵੱਡੇ ਘਰਾਂ ਦੇ ਕਈ ਘਰ ਹੁੰਦੇ ਹਨ, ਇੱਕ ਹਵੇਲੀ ਖਾਲੀ ਰੱਖੀ ਸੀ, ਉਹਦੇ ਵਿੱਚ ਲੈ ਗਿਆ ਇਹ। ਤੇ ਉੱਥੇ ਲਿਜਾ ਕੇ 5 ਸਿੱਖਾਂ ਨੂੰ ਗੇਟ 'ਤੇ ਹੀ ਬੰਦ ਕਰ ਦਿੱਤਾ। ਗੁਰੂ ਅਰਜਨ ਨੂੰ ਅੱਗੇ ਬਿਠਾ ਲਿਆ ਤੇ ਫਿਰ ਮਨਾਉਣ ਲੱਗਿਆ। ਕਹਿਣ ਲੱਗਿਆ ਜੀ ਤੁਸੀਂ ਐਂ ਕਰੋ, ਮੇਰੀ ਪੁੱਤਰੀ ਦਾ ਸਾਕ ਲੈ ਲਓ। ਗੁਰੂ ਅਰਜਨ ਦੇਵ ਜੀ ਕਹਿੰਦੇ ਤੈਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਅਸੀਂ ਇਹ ਸਾਕ ਨਹੀਂ ਲੈਣਾ, ਸਾਡੇ ਬੱਚੇ ਦੀਆਂ 2 ਸ਼ਾਦੀਆਂ ਹੋ ਗਈਆਂ, ਹੁਣ ਅਸੀਂ ਕੋਈ ਸ਼ਾਦੀ ਨਹੀਂ ਕਰਨੀ। ਇਹਨੇ ਫਿਰ ਬੇਨਤੀਆਂ ਕੀਤੀਆਂ, ਮਿੰਨਤਾਂ ਕੀਤੀਆਂ, ਪਰ ਗੁਰੂ ਸਾਹਿਬ ਮਹਾਰਾਜ ਜੀ ਨਾ ਮੰਨੇ, ਕਿਉਂਕਿ ਉਹਨਾਂ ਨੇ ਆਪਣਾ ਵੀ ਸਿਸਟਮ ਦੇਖਣਾ ਸੀਗਾ ਤੇ ਦੂਸਰਾ ਸੰਗਤਾਂ ਨੇ ਦੱਸਦਾ ਸੀਗਾ ਬਈ ਜੇ ਗੁਰੂ ਘਰ 'ਚ ਐਂਟਰ ਕਰਦਾ ਤੇ ਫਿਰ ਅੱਗੇ ਜਾ ਕੇ ਖਰਾਬ ਕਰ ਸਕਦਾ ਹੈ। ਤੇ ਸਤਿਗੁਰਾਂ ਨੇ ਜਵਾਬ ਦੇ ਦਿੱਤਾ। ਗੁਰੂ ਪਿਆਰਿਓ, ਅਖੀਰ ਇਸ ਨੇ ਦੂਸਰੇ ਦਿਨ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਇੱਦਾਂ ਕਰੋ, ਇੱਥੇ ਤਵੀ ਚੜਾਓ। ਇੱਕ ਦੱਸਦੀ ਹੈ ਪਹਿਲਾਂ ਦੇਗਾ ਵੀ ਚੜਾਇਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਸ ਦੇਗੇ ਵਿੱਚ ਬਿਠਾ ਕਰਕੇ ਥੱਲੇ ਅੱਗ ਮਚਾਏਗੀ। ਜਲ ਗਰਮ ਹੋਇਆ, ਸਰੀਰ ਦੇ ਉੱਤੇ ਗੁਰੂ ਪਿਆਰੋ ਛਾਲੇ ਪਏ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਝੂਠ ਦੇ ਅੱਗੇ ਨਿਆਉਣਾ ਠੀਕ ਨਹੀਂ ਸਮਝਿਆ। ਔਰ ਉਹ ਗੁਰੂ ਪਿਆਰਿਓ ਉਸੇ ਤਰ੍ਹਾਂ ਤਸੀਹੇ ਤੇ ਤਸੀਹੇ ਦੇਣ ਦੀ ਸਲਾਹ ਕਰਕੇ ਗੁਰੂ ਸਾਹਿਬ ਨੂੰ ਮਨਾਉਣ ਦੇ ਵਾਸਤੇ ਹੀ ਸਾਰੀਆਂ ਤਿਆਰੀਆਂ ਕਰਦਾ ਰਿਹਾ। ਦੂਸਰੇ ਦਿਨ ਫਿਰ ਇਸ ਨੇ ਮਨਾਇਆ ਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਿਆ ਇਹਨਾਂ ਨੂੰ ਕੁਛ ਖਾਣ ਨੂੰ ਨਹੀਂ ਦੇਣਾ, ਭੁੱਖੇ ਰੱਖਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਲੰਬੇ ਵੀ ਨਹੀਂ ਪਏ, ਉੱਥੇ ਹੀ ਥੱਲੇ ਧਰਤੀ 'ਤੇ ਚੌਂਕੜਾ ਲਾ ਕੇ ਬੈਠੇ ਰਹੇ। ਜਿਸ ਵੇਲੇ ਦੂਸਰੇ ਦਿਨ ਤਵੀ 'ਤੇ ਬਿਠਾਉਣ ਲੱਗਿਆ ਚੰਦੂ ਪਾਤਸ਼ਾਹ ਜੀ ਨੂੰ, ਪਾਤਸ਼ਾਹੀ ਤਵੀ ਵੱਲ ਜਾਣ ਲੱਗੇ ਤੇ ਜਿਹੜੇ 5 ਸਿੱਖ ਸੀ ਨਾਲ, ਭਾਈ ਲੰਗਾਹਾ, ਪਿਰਾਣਾ ਆਦਿ, ਇਹ ਭੱਜ ਕੇ ਸਾਹਮਣੇ ਆਏ। ਮਹਾਰਾਜ ਤੁਸੀਂ ਨਹੀਂ ਬਹਿਣਾ ਤਵੀ 'ਤੇ, ਅਸੀਂ ਬਹਿੰਦੇ ਹਾਂ। ਕਹੋ ਸਤਨਾਮ ਸੀ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਸਿੱਖੋ, ਇਹ ਮੇਰਾ ਕਾਰਜ ਹੈ, ਇਹ ਮੈਨੂੰ ਹੀ ਕਰਨ ਦਿਓ, ਤੁਸੀਂ ਵਿੱਚ ਨਹਾੜੋ। ਸਿਪਾਹੀਆਂ ਨੇ ਝੜਕਾਂ ਵੀ ਮਾਰੀਆਂ, ਡੰਡੇ ਵੀ ਮਾਰੇ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਕਿਉਂ ਇਹਨਾਂ ਡੰਡੇ ਖਾਣੇ, ਤੁਸੀਂ ਪਿੱਛੇ ਜਾ ਕੇ ਬੈਠੋ, ਇਹ ਮੇਰਾ ਕੰਮ ਹੈ, ਮੇਰੀ ਖੇਡ 'ਚ ਦਖਲ ਨਾ ਦਿਓ ਹੁਣ ਤੁਸੀਂ। ਤੇ ਅਖੀਰ ਤਵੀ 'ਤੇ ਵੀ ਬਿਠਾਇਆ ਗਿਆ ਸਤਿਗੁਰਾਂ ਨੂੰ। ਦੱਸਦਾ ਇਤਿਹਾਸ ਕਿ ਤਵੀ ਕਾਫੀ ਸਮਾਂ ਗਰਮ ਨਾ ਹੋਈ, ਥੱਲੇ ਅੱਗ ਬੜੀ ਤੇਜ਼ ਮੱਚੀ, ਕਿਉਂਕਿ ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹ ਸਾਰੇ ਉਹਦੇ ਹੁਕਮ ਦੇ ਅੰਦਰ ਹੈ। ਤੇ ਕਹਿੰਦੇ ਅੱਗ ਨੇ ਸੇਕ ਨਾ ਦਿੱਤਾ। ਪੁਰਾਣੇ ਸਮਿਆਂ 'ਚ ਨਾ ਵਿਆਹਾਂ ਦੇ ਵਿੱਚ ਕਈ ਜੰਤਰ ਮੰਤਰ ਵਾਲੀ ਅੱਗ ਨੂੰ ਬੰਨ੍ਹ ਦਿੰਦੇ ਸੀ, ਕਹੋ ਸਤਨਾਮ, ਤੇ ਉਹ ਸੀ ਚੀਜ਼ ਬਣਦੀ ਨਹੀਂ ਸੀ, ਗਰਮੀ ਨਹੀਂ ਸੀ ਹੁੰਦੀ। ਪਰ ਇੱਥੇ ਤਾਂ ਖੁਦ ਉਹ ਅੱਗ ਜਿਹੜੀ ਆ ਹੁਕਮ ਦੇ ਅੰਦਰ ਹੈ। ਕਹਿੰਦੇ ਉਹਨੇ ਤਵੀ ਨੂੰ ਗਰਮ ਨਾ ਕੀਤਾ, ਤੇ ਜਦ ਤਵੀ ਗਰਮ ਨਾ ਹੋਈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅੱਗ ਨੂੰ ਕਹਿੰਦੇ ਆ ਕਿ ਤੂੰ ਭਾਈ ਆਪਦਾ ਕੰਮ ਕਰ, ਤੂੰ ਕਿਉਂ ਠੰਡੀ ਹੋਈ ਆ, ਤੂੰ ਆਪਣਾ ਸੁਭਾਅ ਕਿਉਂ ਬਦਲਿਆ? ਜਦ ਮੈਂ ਆਪਣਾ ਸੁਭਾਅ ਨਹੀਂ ਬਦਲਿਆ ਤੂੰ ਵੀ ਆਪਣਾ ਸੁਭਾਅ ਵਰਤ। ਫਿਰ ਕਹਿੰਦੇ ਅੱਗ ਗਰਮ ਹੋਈ ਤਾਂ ਕੁਝ ਸਮਾਂ ਸਤਿਗੁਰਾਂ ਨੂੰ ਇਸ ਤਰ੍ਹਾਂ ਤਵੀ 'ਤੇ ਬਿਠਾਇਆ ਗਿਆ। ਪੈਰਾਂ ਦੇ ਵਿੱਚ ਵੀ, ਤਲੀਆਂ ਦੇ ਹੇਠਾਂ ਵੀ ਛਾਲੇ ਹੋ ਗਏ, ਪਿੰਡੇ 'ਤੇ ਵੀ ਛਾਲੇ ਹੋਏ ਆ।
ਤਾਂ ਅਖੀਰ ਕਹਿਣ ਲੱਗਿਆ, ਜੇ ਤੁਸੀਂ ਕੱਲ੍ਹ ਨੂੰ ਨਾ ਮੰਨੇ ਤਾਂ ਮੈਂ ਤੁਹਾਨੂੰ ਇੱਕ ਮਰੀ ਹੋਈ ਗਾਂ ਦੀ ਖੱਲ ਲਵਾ ਕੇ ਉਹਦੇ ਵਿੱਚ ਮੜ ਕੇ ਰੱਖ ਦੇਣਾ ਧੁੱਪੇ, ਅਤੇ ਤੁਸੀਂ ਅੰਦਰ ਹੀ ਮਰ ਜਾਓਗੇ। ਗੁਰੂ ਅਰਜਨ ਦੇਵ ਜੀ ਨੂੰ ਇਹ ਕਹਿ ਕਰਕੇ ਚਲਿਆ ਗਿਆ। ਦੂਜੇ ਦਿਨ ਇਸ ਨੇ ਇੱਕ ਭਠਿਆਰੇ ਨੂੰ ਸੱਦ ਕੇ ਗਰਮ ਗਰਮ ਰੇਤਾ ਕਰਾ ਕੇ ਭੱਠੀ ਦੇ ਵਿੱਚ, ਕੜਾਹੀ ਦੇ ਵਿੱਚ ਉਹ ਜਿਵੇਂ ਦਾਣੇ ਭੁੱਜਦੇ ਆ ਰੇਤੇ ਵਿੱਚ, ਉਹ ਗਰਮ ਰੇਤਾ ਵੀ ਸਰੀਰ ਉੱਪਰ ਪਾਇਆ ਗਿਆ। ਭਾਵ ਇਸ ਨੇ ਪੂਰਾ ਜ਼ੋਰ ਲਾ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਇਹ ਨਹੀਂ ਕਿਹਾ ਕਿ ਹਾਂ ਅਸੀਂ ਤੇਰਾ ਸਾਕ ਲੈਂਦੇ ਹਾਂ, ਕਿਉਂਕਿ ਸਤਿਗੁਰੂ ਪਾਤਸ਼ਾਹ ਸੱਚ ਦੇ ਖੜੇ ਆ, ਸੱਚ ਦਾ ਓਟ ਆਸਰਾ ਹੈ। ਯੱਗ ਔਰ ਨ ਜਾਹੇ ਮਹਾਂ ਤਮੈ ਅਵਤਾਰ ਉਜਾਗਰ ਆਣ ਕੀਓ। ਸਤਿਗੁਰੂ ਪਾਤਸ਼ਾਹ ਨੇ ਅਵਤਾਰ ਹੀ ਇਸੇ ਵਾਸਤੇ ਲਿਆ ਕਿ ਦੁਨੀਆ ਨੂੰ ਝੂਠ ਵਿੱਚੋਂ ਕੱਢ ਕੇ ਸੱਚ ਨਾਲ ਜੋੜਨ ਦੇ ਲਈ, ਪਰ ਆਪਣੇ ਸਰੀਰ 'ਤੇ ਤਸੀਹੇ ਕਿਤਨੇ ਚੱਲੇ। ਤਾਂ ਸ਼ਹੀਦੀ ਵਾਲੀ ਇਹ ਰਾਤ ਤੋਂ, ਇਹ ਦਿਨ ਤੋਂ ਇੱਕ ਰਾਤ ਪਹਿਲਾਂ ਜਿਹੜੀ ਹੈ ਇਸ ਚੰਦੂ ਦੀ ਨੂੰਹ ਹੈ, ਉਸ ਨੂੰ ਪਤਾ ਲੱਗਿਆ ਕਿ ਮੇਰੇ ਸਹੁਰੇ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਹਵੇਲੀ ਵਿੱਚ ਬੰਦ ਕੀਤਾ ਹੋਇਆ, ਤਸੀਹੇ ਦੇ ਰਿਹਾ, ਅਤੇ ਪ੍ਰਸ਼ਾਦਾ ਵੀ ਪਰਸੋਂ ਚੌਥੇ ਦਾ ਕੋਈ ਸ਼ਕਲ ਨੂੰ ਦਿੱਤਾ ਨਹੀਂ ਇਸ ਨੇ। ਇਹ ਰਾਤ ਨੂੰ ਪ੍ਰਸ਼ਾਦਾ ਅਤੇ ਠੰਡਾ ਪਾਣੀ ਲੈ ਕੇ ਆਈ, ਕਿਉਂਕਿ ਜੇਠ ਦਾ ਮਹੀਨਾ, ਜੂਨ ਦਾ ਮਹੀਨਾ, ਇਹ ਲੈ ਕੇ ਆਈ ਰਾਤ ਨੂੰ। ਇਤਿਹਾਸ ਵਾਲੇ ਕਹਿੰਦੇ ਆ ਕਿ ਉਹਨਾਂ ਸਿਪਾਹੀਆਂ ਨੇ ਲੰਘਣ ਨਹੀਂ ਦਿੱਤਾ, ਪਰ ਉਸਨੇ ਆਪਣੇ ਸਰੀਰ 'ਤੇ ਪਹਿਨਾ ਸੋਨਾ, ਚੂੜੀਆਂ ਆਦਿ, ਹਾਰ ਆਦਿ ਉਹਨਾਂ ਨੂੰ ਦੇ ਕਰਕੇ ਅੰਦਰ ਲੰਘਣਾ ਕੀਤਾ। ਕਹੋ ਸਤਨਾਮ। ਲੰਘਾ ਦਿੱਤੀ ਉਹਨਾਂ ਨੇ। ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਬਹੁਤ ਦੁੱਖ ਵਾਲੀ ਗੱਲ ਹੈ, ਮੇਰੇ ਸਹੁਰੇ ਵੱਲੋਂ ਇਹ ਕੀਤਾ ਜਾ ਰਿਹਾ ਕੰਮ ਸਾਡੇ ਵਾਸਤੇ ਦੁਖਦਾਈ ਹੈ, ਕਲੰਕਤ ਹੈ, ਅਸੀਂ ਹੋ ਜਾਣਾ, ਤੁਸੀਂ ਕਿਰਪਾ ਕਰਕੇ ਪ੍ਰਸ਼ਾਦਾ ਛਕ ਲਓ, ਜਲ ਛਕ ਲਓ ਠੰਡਾ। ਅਤੇ ਪਾਤਸ਼ਾਹ ਕਹਿਣ ਲੱਗੇ, ਨਹੀਂ ਬੇਟਾ ਤੇਰੀ ਸੇਵਾ ਪ੍ਰਵਾਨ ਹੈ, ਪਰ ਇਸ ਦੇ ਘਰ ਦਾ ਮੈਂ ਦਾਣਾ ਪਾਣੀ ਨਹੀਂ ਛਕਣਾਗਾ। ਕਹਿਣ ਲੱਗੀ, ਮਹਾਰਾਜ ਫਿਰ ਮੈਂ ਕੀ ਕਰਾਂ, ਮੈਂ ਇਹੋ ਜਿਹੇ ਘਰ ਵਿੱਚ ਕਿਉਂ ਵਿਆਹੀ ਗਈ, ਮੈਂ ਵੀ ਤੁਹਾਡੇ ਇੱਕ ਸਿੱਖ ਦੀ ਪੁੱਤਰੀ ਹਾਂ, ਪਰ ਪਤਾ ਨਹੀਂ ਸੀ ਮੇਰਾ ਇਸ ਦੇ ਘਰ ਦੇ ਨਾਲ ਕਿਵੇਂ ਸੰਬੰਧ ਜੁੜ ਗਿਆ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਅਸੀਂ ਤਾਂ ਕੱਲ੍ਹ ਨੂੰ ਸਰੀਰ ਤਿਆਗ ਦੇਣਾ ਹੈ, ਜੇ ਤੇਰਾ ਇਰਾਦਾ ਫਿਰ ਤੂੰ ਵੀ ਚਲੀ ਜਾ। ਕਹੋ ਸਤਨਾਮ। ਕਹਿਣ ਲੱਗੀ, ਜੀ ਮੈਂ ਨਹੀਂ ਹੁਣ ਰਹਿਣਾ ਇਸ ਘਰ ਦੇ ਵਿੱਚ। ਕਹਿਣ ਲੱਗੇ, ਠੀਕ ਆ, ਇਹ ਤੇਰੀ ਮਰਜ਼ੀ ਆ, ਤੇਰਾ ਫੈਸਲਾ। ਉਸ ਬੀਬੀ ਨੇ ਵੀ ਇਹ ਫੈਸਲਾ ਕਰ ਲਿਆ ਵੀ ਜੇ ਇੱਧਰ ਗੁਰੂ ਅਰਜਨ ਦੇਵ ਜੀ ਘਰੇ ਨਾ ਮੁੜੇ, ਸ਼ਹੀਦ ਕਰ ਦਿੱਤੇ ਗਏ, ਅਤੇ ਜਿਉਂਦੀ ਮੈਂ ਵੀ ਨਹੀਂ ਰਹਿਣਾ, ਫਿਰ ਇਸ ਦੁਸ਼ਟ ਦੀ ਕੁੱਲ ਵੀ ਨਹੀਂ ਚੱਲਣੀ ਚਾਹੀਦੀ ਅੱਗੇ। ਤਾਂ ਉਸ ਵੇਲੇ ਫਿਰ ਦੂਜੇ ਦਿਨ ਗੁਰੂ ਪਿਆਰਿਓ ਕਹਿਣ ਲੱਗਿਆ ਆਪਣੇ ਸਿਪਾਹੀਆਂ ਨੂੰ, ਕਹਿੰਦੇ ਗਾਂ ਦੀ ਖੱਲ ਮੰਗਾਓ। ਇੱਧਰ ਗੁਰੂ ਅਰਜਨ ਨੇ ਪੁੱਛਦਾ, ਕਹਿੰਦੇ ਹੁਣ ਵੀ ਫੈਸਲਾ ਕਰ ਲਾ, ਸਲਾਹ ਕਰ ਲਾ, ਮੈਂ ਤੈਨੂੰ ਛੱਡ ਦਿੰਦਾ, ਮੈਂ ਤੇਰੇ ਬੜੇ ਕੰਮ ਸਵਾਰਾਂਗਾ, ਮੈਂ ਰਾਜਨੀਤਿਕ ਹਾਂ, ਮੈਂ ਮੰਤਰੀ ਹਾਂ, ਮੇਰੀ ਜਹਾਂਗੀਰ ਨਾਲ ਸਿੱਧੀ ਹੈ। ਪਾਤਸ਼ਾਹ ਕਹਿੰਦੇ ਸਾਡੀ ਤਾਂ ਪਰਮੇਸ਼ਰ ਨਾਲ ਸਿੱਧੀ ਆ, ਅਸੀਂ ਕੁਛ ਨਹੀਂ ਮੰਨਣਾ ਤੇਰਾ, ਅਤੇ ਨਾ ਹੀ ਅਸੀਂ ਜਿਹੜਾ ਹੈ ਸਾਕ ਲੈਣਾ। ਕਹਿਣ ਲੱਗਿਆ ਫਿਰ ਹੁਣ ਤੁਹਾਡੀ ਮੌਤ ਆ, ਮੈਂ ਗਾਂ ਦੀ ਖੱਲ ਮੰਗਾਈ ਆ, ਤੁਹਾਨੂੰ ਉਹਦੇ ਵਿੱਚ ਮੜਾਂਗਾ, ਕੋਈ ਆਖਰੀ ਗੱਲ ਕਰਨੀ ਹੈ ਤਾਂ ਕਰ ਲਾ। ਕਹਿਣ ਲੱਗਿਆ ਬਸ ਇੱਕ ਵਾਰੀ ਇਸ਼ਨਾਨ ਕਰਨਾ ਰਾਵੀ 'ਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਤੋਂ ਬਾਅਦ ਜੋ ਮਰਜ਼ੀ ਕਰ ਲਈ। ਅਤੇ ਫਿਰ ਕਹਿਣ ਲੱਗੇ ਉਸ ਨੇ ਸਿਪਾਹੀਆਂ ਦੇ ਪਹਿਰੇ ਦੇ ਵਿੱਚ ਉਹਨਾਂ 5 ਸਿੱਖਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਭੇਜ ਦਿੱਤਾ ਰਾਵੀ ਦੇ ਕਿਨਾਰੇ 'ਤੇ, ਔਰ ਸਿੱਖਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਸਤਿਗੁਰੂ ਪਾਤਸ਼ਾਹ ਹੌਲੀ ਹੌਲੀ ਇੱਕ ਭੀੜੀ ਗਲੀ ਦੇ ਰਾਹੀਂ ਭੇਜਿਆ, ਤਾਂ ਕਿ ਆਮ ਲਾਹੌਰ ਦੇ ਵਾਸੀਆਂ ਨੂੰ, ਸੰਗਤਾਂ ਨੂੰ ਪਤਾ ਨਾ ਲੱਗੇ ਵੀ ਗੁਰੂ ਅਰਜਨ ਦੇਵ ਹੈ ਕਿੱਥੇ, ਕਿਉਂਕਿ 4-5 ਦਿਨ ਲਾਹੌਰ ਦੇ ਲੋਕ ਲੱਭਦੇ ਰਹੇ ਵੀ ਗੁਰੂ ਅਰਜਨ ਦੇਵ ਜੀ ਆਏ ਸੀ, ਉਹ ਗਏ ਕਿੱਧਰ। ਜਦ ਪਤਾ ਲੱਗਿਆ ਇਹਦੀ ਹਵੇਲੀ ਕੋਲ ਵੇਖਣ ਵਾਸਤੇ ਆਏ, ਅਤੇ ਹਵੇਲੀ ਕੋਲ ਪਹਿਰੇਦਾਰ ਸਿਪਾਹੀਆਂ ਨੇ ਉਹਨਾਂ ਨੂੰ ਕੁੱਟ ਕੇ ਭਜਾ ਦਿੱਤਾ। ਤੋ ਖੈਰ ਉਸ ਤੋਂ ਬਾਅਦ ਕੀ ਹੋਇਆ, ਸਤਿਗੁਰੂ ਪਾਤਸ਼ਾਹ ਜੀ ਰਾਵੀ ਦੇ ਕਿਨਾਰੇ 'ਤੇ ਆ ਗਏ। ਕਹਿੰਦੇ ਉੱਥੇ ਸਿੱਖਾਂ ਨੇ ਉਹਨਾਂ ਦੇ ਬੈਠਣ ਵਾਸਤੇ ਹਰਾ ਘਾਹ ਉੱਥੋਂ ਆਸੇ ਪਾਸਿਓਂ ਪੱਟ ਕੇ ਵਿਛਾ ਦਿੱਤਾ, ਉਸ 'ਤੇ ਬੈਠ ਗਏ। ਫਿਰ ਰਾਵੀ ਦੇ ਵਿੱਚ ਬੈਠ ਕਰਕੇ ਉਹਨਾਂ ਨੇ ਹੱਥ ਮੂੰਹ ਸਾਫ਼ ਕੀਤਾ, ਅਤੇ ਘਾਹ 'ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਅਤੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨ ਤੋਂ ਬਾਅਦ ਸਿੱਖਾਂ ਨੂੰ ਆਉਣ ਵਾਲੇ ਸਮੇਂ ਬਾਰੇ ਸਾਰੀ ਗਾਈਡੈਂਸ ਕੀਤੀ ਵੀ ਕੀ ਕਰਨਾ। ਹੁਣ ਤੁਸੀਂ ਜਾ ਕੇ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿਓ ਕਿ ਗੁਰਤਾ ਗੱਦੀ ਦਾ ਟਿੱਕਾ ਲੈਣ ਤੋਂ ਬਾਅਦ ਸ਼ਸਤਰ ਧਾਰੀ ਹੋ ਜਾਵੇ, ਹੁਣ ਸ਼ਸਤਰ ਤੋਂ ਬਿਨਾਂ ਗੱਲ ਨਹੀਂ ਬਣਨੀ। ਕਹੋ ਸਤਨਾਮ। ਅਸੀਂ ਇੰਤਹਾ ਕਰ ਦਿੱਤੀ ਨਿਮਰਤਾ ਦੀ, ਅਸੀਂ ਪੂਰੀ ਨਿਮਰਤਾ ਵਿਖਾ ਕੇ ਦੇਖ ਲਿਆ ਹੈ, ਪਰ ਜਦ ਫਸਲ ਵੀ ਹੁੰਦੀ ਹੈ ਅਤੇ ਉਹਨੂੰ ਵੀ ਕੰਡੀਆਂ ਦੀ ਵਾੜ ਕਰਨੀ ਪੈਂਦੀ ਆ। ਹੁਣ ਸਾਡੀ ਸਿੱਖੀ ਤਕੜੀ ਹੋ ਰਹੀ ਹੈ, ਇਸ ਨੂੰ ਸ਼ਸਤਰਾਂ ਦੀ ਵਾੜ ਕਰੋ। ਕਹੋ ਸਤਨਾਮ। ਤਾਂ ਕਿ ਇਹੋ ਜਿਹੇ ਦੁਸ਼ਟ ਲੋਕ ਸਿੱਖੀ 'ਤੇ ਹਮਲੇ ਨਾ ਕਰ ਸਕਣ। ਤਾਂ ਗੁਰੂ ਪਿਆਰਿਓ ਇਹਨਾਂ 5 ਸਿੱਖਾਂ ਦੇ ਸਾਹਮਣੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਰਾਵੀ ਦੇ ਕਿਨਾਰੇ ਤੋਂ
ਇਸ਼ਨਾਨ ਕਰਦੇ ਹੋਏ ਵਿੱਚ ਉਤਰੇ ਹੈ ਔਰ ਵਿੱਚ ਉਤਰ ਕਰਕੇ ਉਹਨਾਂ ਨੇ सूरज किरण मिले जल का जल हुआ राम ज्योति जोत रली संपूर्ण थिया राम ने महावाक अनुसार शरीर त्याग दिता है। उस तो उपरंत उन्होंने पंजां सिखां ने गुरु प्यारिओ आके धन धन श्री गुरु हरगोबिंद साहब जी को सारा कुछ दसिया और थोड़े दिनों के बाद लगभग 17 दिनों के विच एक सहज पाठ किया गया। पहला बाबा बुढ़ा जी ने किया, उसका भोग पाया गया। उदों 17 दिनों बाद भोग पाते सी, फिर 13 दिनों ते आ गए, फिर 10 दिनों ते आ गए। भोग पाने तो बाद गुरु प्यारिओ भोग ते सारी संगत इकत्तर हुई आ। इकत्तर हुई संगत ने सतगुरां दी हजूरी विच बैठ के बाणी सरवण कीती आ और गुरु हरगोबिंद साहब जी फिर सिंघासन ते विराजमान होए। कहन लगे, लो सिखो हुण सुन लो, जिन्ना चिर मैं ये चंदू दे नत्थ मार के सज़ा नहीं दिंदा उन्ना चिर टेके नहीं बैठांगा। कोई सतनाम। और उम्र कितनी क और फैसला किड्डा वड्डा। जहांगीर दा वजीर आ, मेन वजीर जिस दे नत्थ मारनी आ, ते कुछ मसंदा ने कुछ सिखां ने सुनिया बई ये तो बहुत वड्डी गल कहती, सरकार उल्ट हो जूगी। जाके माता गंगा जी ने भी दसिया, माता जी ये तो एडा वड्डा वचन करता, उत्थे आसन ते बैठ के उन्होंने बई जिन्ना चिर चंदू दे नत्थ नहीं मार लेंदे टेके नहीं बैठांगे। माता गंगा जी सब जानते हैं कि सर्व कला समर्थ है। बाबा बुढ़ा जी के बचन भी इन्हां दे नाल हन वर रूपी। खैर उस तो बाद भोग तो बाद गुरता गद्दी का टिक्का दिता गया 10वीं वाले दिन और उस तो पहला पहला सतगुरां ने भोग वाले दिन संगतां नूं कहा भी 10वीं वाले दिन आप जी ने आना गुरता गद्दी के तिलक वेले समागम ते आना, तुसी की गिफ्ट लियाओगे? कहते जी की लैके आइए? कहते तुसी वधिया वधिया नौजवान भर्ती होने वास्ते लियाओ, वधिया वधिया घोड़े ते वधिया वधिया शस्त्र लियाओ। गुरता गद्दी वाले दिन सानू ये चीज़ां चाहिदियां। कोई सतनाम। और पातशाह जी ने भी गुरु प्यारिओ लोहारां नूं लगा करके वधिया तलवारां शस्त्र तैयार करवाए। 2 स्पैशल तलवारां तैयार कीतियां गईयां। और गुरु प्यारिओ उस तो बाद जिस दिन बाबा बुढ़ा जी ने फिर तिलक दिता गुरता गद्दी का और तिलक दिंदियां होइयां उन्हां नूं 2 तलवारां पहनाईयां गईयां और कवियां ने उन्हां दे प्रथाएं बहुत सारियां कवितावां बनाईयां। भाई गुरदास जी ने भी अपनी पौड़ी बनाई, 2 तलवारी बधियां, एक मेरी दी, एक पीरी दी, एक अजमा दी, एक राज दी, एक राखी करे वजीरी दी। 5 प्याले 5 पीर, 6ठम पीर बैठा गुर भारी। अर्जन काया पलट कै मूर्त हरगोबिंद सवारी। चली पीढ़ी सोढियां रूप दिखावन वारो वारी। दल भंजन गुरसूरमा वड जोधा पर उपकारी। पुछण सिख अरदास कर। सिखा ने पूछया महाराज 6 जामिया दर्शन हो गए, गुरु अगे भी होवेगा? पुछण सिखी अरदास कर 6 महलों तक दर्शन हारी। तो 6वें पातशाह कहने अगम अगोचर सतगुरु बोले मुख ते सुनो संसारी। जुग जुग सतगुर धरे अवतारी। जुग का मतलब 2 का जोड़, 2 ते 2 4, 4 स्वरूप साडे होर होणगे, भाव 10वें जामे तक पहुँचूगी गुरता गद्दी। ये खैर इस तरह गुरु अर्जन देव महाराज की शहीदी हुई, पर उन्हां दा शहीदी होना सानू एक सिक्ख्या दे के गया है कि धर्म नूं कायम रखण वास्ते मरना भी पै जावे पर सच नूं नहीं छड्डना। कोई सतनाम। और सरकारां ने एक जुगत ही बना ली आ बई आपां जेठ हाड़ दा महीना चुनिया करो सिखां नूं खत्म करने वास्ते। कोई सतनाम। जिस तरह उस तो बाद भाई मनी सिंह नूं शहीद करना, गुरु अर्जन देव महाराज जी दे इन्हां दिहाड़ियां उत्ते 84 वाला कहर वरताउणा, ये नवीआं नवीआं सरकारां जिहड़ियां आउंदियां, मेरा ख्याल है भी ये सिस्टम चलदा जा रहा जिहड़ा ये उस चीज़ तो ही मार्गदर्शन लैंदी है पुट्ठा। खैर गुरु नानक ने, गुरु गोबिंद सिंह जी ने इस दर दियां जिहड़ियां न्योआं धरियां ना, वो सिंघां दे सिरां ते धरियां। ये सिੱਖੀ का जिहड़ा सिस्टम है ये कदे भी कोई खत्म नहीं कर सकता। प्रगटे खालसा परमात्मा की मौज, खालसा पालना की फौज। खैर विचारा इत्थे रोकदे आ, समा कीर्तन का हो चुके है जी। मैंने 10 मिनट बाद लाने का हुक्म है सी, रागी सिंघां नूं बेनती है कीर्तन करन। सो इस तरह गुरु प्यारिओ आपां शब्द पढ़िया सीगा सतगुरु अर्जन देव महाराज जी का पवित्र वचन, यग और न जाहे महातम मैं
ਇਹ ਸੰਸਾਰ ਹੋਰ ਅਗਿਆਨਤਾ ਦੇ ਨਰਕ ਵਿੱਚ ਨਾ ਡਿੱਗੇ। ਅਵਤਾਰ ਉਜਾਗਰ ਆਣ ਕੀਓ, ਗੁਰੂ ਅਰਜਨ ਦੇਵ ਜੀ ਨੇ ਆਉਣਾ ਕੀਤਾ। ਤਿੰਨ ਕੇ ਦੋ ਕੋਟਕ ਦੂਰ ਗਏ ਮਥੁਰਾ। ਇਹ ਮਥੁਰਾ ਉਹਦਾ ਨਾਮ ਹੈ, ਲਿਖਣ ਵਾਲੇ ਭੱਟ ਦਾ। ਮਥੁਰਾ ਕਹਿੰਦਾ ਹੈ ਉਹਨਾਂ ਦੇ ਕਰੋੜਾਂ ਦੁੱਖ ਕੱਟੇ ਗਏ। ਜਿਨ ਅੰਮ੍ਰਿਤ ਨਾਮ ਪੀਓ, ਇਹ ਪਦ ਤੇ ਮਤ ਚੁੱਕੈ ਰੇ ਮਣਾ। ਐ ਸਮੇਂ ਤੋਂ ਚੁੱਕ ਨਾ ਜਾਈ ਤੂੰ, ਭਾਵ ਦੇਖੀ ਕਿਤੇ ਵਿਸਰ ਨਾ ਜਾਈ ਬਾਣੀ ਨੂੰ। ਇਹ ਪਦ ਤੇ ਮਤ ਚੁੱਕੈ ਰੇ ਮਨ, ਭੇਦ ਬੇਭੇਦ ਨਾ ਜਾਣ ਬੀਓ। ਗੁਰੂ ਅਰਜਨ ਤੇ ਹਰਗੋਬਿੰਦ ਵਿੱਚ, ਗੁਰੂ ਅਰਜਨ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਹੈ। ਕਹੋ ਸਤਿਨਾਮ।